ਇਕ ਓੰਕਾਰ ਸਤਿਗੁਰ ਪ੍ਰਸਾਦ। ਭਾਮਨ ਸ਼ਬਦ ਸਤ ਸੋਤਰੇ ਢੰਗ ਤੇ ਸੁਭਾਇਮਾਨ। ਧੰਨ ਗੁਰੂ ਨਾਨਕ ਦੇਵ ਜੀ ਦਾ ਸੋਹੀਰਾ ਗਨੀ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ। ਇਸ ਪਾਵਨ ਸ਼ਬਦ ਨੂੰ ਸੁਰਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ, ਭਾਵ ਇੱਕ ਤਾਲਾ ਸ਼ਬਦ ਹੈ। ਵਸਤੂ ਨਿਰਦੇਸ਼ਕ ਮੰਗਲਾਚਰਨ ਕਰਦੇ ਹਨ ਧੰਨ ਗੁਰੂ ਨਾਨਕ ਦੇਵ ਜੀ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਸਤ ਸਰੂਪ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਹੁੰਦੀ ਹੈ ਜੀ। ਪਰ ਜੋ ਬਰਮੈ ਮਤ ਪੀਜੜੈ ਘਰ ਪਾਉਣੀ ਬਲਰਾਮ ਜੀਓ। ਇਹ ਪਾਵਨ ਸ਼ਬਦ ਸ਼ਿੰਗਾਰ ਰਸ ਦੇ ਅੰਦਰ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦੀ ਵਰਤੋਂ ਕੀਤੀ ਹੈ। ਇੱਕ ਨੁਕਤੇ ਦੇ ਨਾਲ ਸਮਝਾਣਾ ਕੀਤਾ ਹੈ। ਇੱਕ ਨੌਜਵਾਨ ਔਰਤ ਹੋਵੇ, ਪਰ ਜਵਾਨੀ ਭਾਵ ਪੂਰਨ ਤੌਰ ਤੇ ਉਹ ਜਵਾਨ ਹੋ ਚੁੱਕੀ ਹੋਵੇ। ਇੱਥੇ ਮੈਂ ਦਾ ਅਰਥ ਹੈ ਸ਼ਰਾਬ। ਮੈਂ ਮਤ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਹੋਵੇ, ਪੀੜੇ ਤੇ ਆਪਣੇ ਪੇਕੇ ਘਰ ਆਈ ਹੋਵੇ। ਘਰ ਪਹੁੰਣੀ, ਜਦੋਂ ਬੱਚੀ ਦਾ ਵਿਆਹ ਹੋ ਜਾਂਦਾ ਹੈ, ਫਿਰ ਜਦੋਂ ਉਹ ਪੇਕਿਆਂ ਦੇ ਘਰੇ ਆਉਂਦੀ ਹੈ ਤੇ ਉਹਦਾ ਸਤਿਕਾਰ ਜਿਹੜਾ ਉਹ ਪ੍ਰਾਹੁਣਿਆਂ ਦੀ ਤਰ੍ਹਾਂ ਕੀਤਾ ਜਾਂਦਾ ਹੈ। ਵੀ ਇਹ 2-4 ਦਿਨ ਰਹਿਣ ਵਾਸਤੇ ਆਈਏ, ਇਸ ਨੇ ਚਲੀ ਜਾਣਾ ਹੈ, ਪ੍ਰਾਹੁਣਿਆਂ ਦੀ ਤਰ੍ਹਾਂ ਪ੍ਰਾਹੁਣਚਾਰੀ ਹੈ। ਘਰ ਪਹੁੰਣੀ ਪੀੜੇ, ਆਪਣੇ ਪੇਕਿਆਂ ਦੇ ਘਰੇ ਪ੍ਰਾਹੁਣੀ ਆਈ ਹੋਵੇ। ਬਲਰਾਮ ਜੀਓ, ਬਲਿਹਾਰਨੇ ਜਾਂਦੇ ਹਾਂ ਰਾਮ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਜੀਓ। ਹੇ ਮੇਰੇ ਸੱਚੇ ਸਤਿਗੁਰ ਜੀ, ਆਪ ਜੋ ਸਾਰਿਆਂ ਦੇ ਵਿੱਚ ਵਿਆਪਕ ਹੋ, ਸਾਰਿਆਂ ਦੇ ਵਿੱਚ ਰਮੇ ਹੋਏ ਹੋ, ਆਪ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਪਹਿਲੋਂ ਗੁਰੂ ਜੀ ਨੇ ਦੱਸਿਆ ਭਰ ਜੋਬਨ ਨੌਜਵਾਨ ਔਰਤ ਹੋਵੇ, ਮੈਂ ਮਾਤ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਗੁੱਟ ਹੋਵੇ, ਮਸਤ ਹੋਵੇ, ਪੀੜੇ ਘਰ ਪਹੁੰਣੀ, ਪੇਕਿਆਂ ਦੇ ਘਰੇ ਪ੍ਰਾਹੁਣਚਾਰੀ ਹੋਵੇ, ਭਾਵ ਪ੍ਰਾਹੁਣੀ ਬਣ ਕੇ ਆਈ ਹੋਵੇ। ਅੱਗੇ ਦੱਸਦੇ ਨੇ ਮੈਲੀ ਅਵਗੁਣ ਚਿੱਤ ਕਰਕੇ ਨਾ ਉਹਦੇ ਔਗਣਾਂ ਦੀ ਮੈਲ ਲੱਗੀ ਹੋਵੇ, ਭਾਵ ਚਿੱਤ ਨੂੰ ਜਿਹੜੀ ਮੈਲ ਹੈ ਨਾ ਉਹ ਔਗਣਾਂ ਦੀ ਲੱਗੀ ਹੋਵੇ। ਬਿਨ ਗੁਰ ਤੇ ਉਹਦਾ ਕੋਈ ਗੁਰੂ ਪੀਰ ਵੀ ਨਾ ਹੋਵੇ। ਗੁਣ ਨਾ ਸਮਾਵਣੀ, ਉਹਦੇ ਵਿੱਚ ਕੋਈ ਗੁਣ ਸਮਾਉਂਦਾ ਨਾ ਹੋਵੇ, ਟਿਕਦਾ ਨਾ ਹੋਵੇ। ਬਲਰਾਮ ਜੀਓ। ਹੁਣ ਇਹ ਦੋ ਤੁਕਾਂ ਦੇ ਅੰਦਰ ਗੁਰੂ ਜੀ ਦੱਸਣਾ ਕੀ ਚਾਹੁੰਦੇ ਨੇ। ਧੰਨ ਗੁਰੂ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਅਲੰਕਾਰ ਦੀ ਵਰਤੋਂ ਕੀਤੀ ਹੈ ਤੇ ਇਹਦੇ ਨਾਲ ਸਾਨੂੰ ਇਹ ਸਮਝਾਇਆ ਵੀ ਵੇਖ ਲਓ, ਜਿਵੇਂ ਇੱਕ ਨੌਜਵਾਨ ਬੱਚੀ ਹੋਵੇ ਤੇ ਉਹ ਆਪਣੇ ਪੇਕਿਆਂ ਦੇ ਘਰੇ ਆਈ ਹੋਵੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਗੁੱਟ ਹੋਵੇ ਤੇ ਘਰ ਵਾਲੇ ਉਹਦਾ ਸਤਿਕਾਰ ਕਰਦੇ ਹੋਣ ਵੀ 2-4 ਦਿਨਾਂ ਲਈ ਆਈ ਹੈ। ਮੈਲੀ ਅਵਗੁਣ ਚੇਤੋਂ ਦਾ ਚੇਤੇ ਜਿਹੜਾ ਔਗਣਾਂ ਦੇ ਨਾਲ ਮੈਲਾ ਹੋਵੇ, ਔਗਣਾਂ ਦੀ ਭਰੀ ਹੋਵੇ। ਬਿਨ ਗੁਰ, ਉਹਦਾ ਕੋਈ ਗੁਰੂ ਪੀਰ ਵੀ ਨਾ ਹੋਵੇ। ਗੁਣ ਨਾ ਸਮਾਵਣੀ, ਉਹਦੇ ਵਿੱਚ ਕੋਈ ਗੁਣ ਵੀ ਨਾ ਟਿਕਦਾ ਹੋਵੇ। ਬਲਰਾਮ ਜੀਓ। ਇਸੇ ਤਰ੍ਹਾਂ ਅਸੀਂ ਉਸ ਪ੍ਰਭੂ ਪਰਮਾਤਮਾ ਪਤੀ ਵਾਹਿਗੁਰੂ ਦੇ ਨਾਲੋਂ ਇਸ ਸੰਸਾਰ ਤੇ ਪੇਕੇ ਰੂਪ ਦੇ ਵਿੱਚ ਆਏ ਹੋਏ ਹਾਂ ਤੇ ਇੱਥੇ ਆਣ ਕੇ ਅਸੀਂ ਮੈਂ ਦੀ ਮੱਤ ਦੇ ਵਿੱਚ ਮਸਤ ਹਾਂ।
ਤੇ ਆਏ ਇੱਥੇ ਕਿੰਨੇ ਕੁ ਦਿਨਾਂ ਦੇ ਲਈ ਆ? ਜਿਵੇਂ ਪ੍ਰਾਹੁਣਾ 2-4 ਦਿਨਾਂ ਦੇ ਲਈ ਹੁੰਦਾ, 2-4 ਦਿਨਾਂ ਦੇ ਪ੍ਰਾਹੁਣੇ ਆ। ਮੈਲੀ ਅਵਗੁਣ ਚਿੱਤ, ਇੱਥੇ ਸਾਡਾ ਮਨ ਹੈ ਜਿਹੜਾ ਉਹ ਮੈਲਾ ਹੈ ਔਗਣਾਂ ਦੇ ਨਾਲ, ਚਿੱਤ ਜਿਹੜਾ ਉਹ ਮੈਲਾ ਹੈ ਔਗਣਾਂ ਦੇ ਨਾਲ। ਬਿਨ ਗੁਰ, ਕੋਈ ਸਾਡਾ ਗੁਰੂ ਪੀਰ ਵੀ ਨਹੀਂ ਜਿਹੜਾ ਸਾਨੂੰ ਸਮਝਾ ਦੇਵੇ। ਗੁਣ ਨਾ ਸਮਾਵਣੀ, ਜੇ ਕਿਤੋਂ ਕੋਈ ਗੁਣ ਮਿਲਦਾ ਹੈ ਤੇ ਉਹ ਵੀ ਸਾਡੇ ਅੰਦਰ ਨਹੀਂ ਸਮਾਉਂਦਾ। ਬਲਰਾਮ ਜੀਓ, ਇਹ ਹਰ ਇੱਕ ਤੁਕ ਦੇ ਵਿੱਚ ਆਏਗਾ ਤਕਰੀਬਨ। ਤੇ ਇਸ ਦਾ ਅਰਥ ਹੈ, ਹੇ ਮੇਰੇ ਵਾਹਿਗੁਰੂ, ਮੈਂ ਆਪ ਜੀ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ ਜੀ। ਗੁਣ ਸਾਰ ਨ ਜਾਣੀ ਭਰਮ ਭੁਲਾਣੀ, ਜੋ ਬਨ ਬਾਦ ਗਵਾਇਆ। ਹੁਣ ਫਿਰ ਉਸੇ ਨੁਕਤੇ ਦੇ ਨਾਲ ਜੁੜਨਾ ਕਰੀਏ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਵੇਖੋ, ਇਹ ਬੱਚੀ ਹੈ, ਜਵਾਨ ਹੈ, ਪੇਕਿਆਂ ਦੇ ਘਰੇ ਆਈ ਹੋਈ ਹੈ ਤੇ ਨਸ਼ੇ ਦੇ ਵਿੱਚ ਮਸਤ ਹੈ। ਕੋਈ ਚਿੱਤ ਦੇ ਵਿੱਚ ਮੈਲ ਜਿਹੜੀ ਔਗਣਾਂ ਦੀ ਹੈ ਤੇ ਗੁਰੂ ਪੀਰ ਵੀ ਕੋਈ ਨਹੀਂ, ਕੋਈ ਕਿਸੇ ਦਾ ਗੁਣ ਜਿਹੜਾ ਦਿੱਤਾ ਹੈ ਉਹ ਵੀ ਇਹਦੇ ਅੰਦਰ ਨਹੀਂ ਟਿਕਦਾ, ਭਾਵ ਕਿਸੇ ਤੋਂ ਗੁਣ ਵੀ ਨਹੀਂ ਲੈ ਰਹੀ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਇਸੇ ਤਰ੍ਹਾਂ ਮਨੁੱਖ ਵੇਖੋ, ਇਹਨੇ ਗੁਣਾਂ ਦੀ ਸਾਰ ਨੂੰ ਨਹੀਂ ਜਾਣਿਆ, ਸੰਭਾਲਿਆ ਨਹੀਂ ਤੇ ਭਰਮ ਦੇ ਵਿੱਚ ਭੁੱਲੀ ਰਹੀ ਹੈ ਵੀ ਸਾਰੀ ਉਮਰ ਸ਼ਾਇਦ ਮੇਰੀ ਇਸ ਤਰ੍ਹਾਂ ਹੀ ਲੰਘ ਜਾਣੀ ਹੈ। ਜੋਬਨ ਬਾਦ ਗਵਾਇਆ, ਇਹਨੇ ਆਪਣੀ ਜਿਹੜੀ ਜਵਾਨੀ ਹੈ ਨਾ ਉਹ ਵਿਅਰਥ ਦੇ ਵਿੱਚ ਗਵਾ ਲਈ ਹੈ, ਬੁਢੇਪਾ ਆ ਗਿਆ। ਹੁਣ ਬੁਢੇਪੇ ਦੇ ਵਿੱਚ ਜਦੋਂ ਜਵਾਨੀ ਦੇ ਵਿੱਚ ਘਰ ਨਹੀਂ ਵਸਾਇਆ ਗਿਆ, ਪਤੀ ਦੇ ਨਾਲ ਨਹੀਂ ਮੇਲ ਜੋਲ ਬਣਿਆ ਤੇ ਬੁਢੇਪੇ ਦੇ ਵਿੱਚ ਫਿਰ ਥੋੜ੍ਹੀ ਘਰ ਵਸਦਾ। ਧੰਨ ਗੁਰੂ ਮਹਾਰਾਜ ਜੀ ਦੱਸਦੇ ਨੇ, ਇਸੇ ਤਰ੍ਹਾਂ ਅਸੀਂ ਇਸ ਸੰਸਾਰ ਦੇ ਅੰਦਰ ਆਏ ਹਾਂ ਤੇ ਅਸੀਂ ਵੀ ਮੈਂ ਦੀ ਮੱਤ ਦੇ ਵਿੱਚ ਮਸਤ ਹਾਂ ਤੇ ਆਪਣੀ ਜਵਾਨੀ ਦੇ ਹੰਕਾਰ ਦੇ ਵਿੱਚ ਮਸਤ ਹਾਂ ਤੇ ਆਏ ਅਸੀਂ ਇੱਥੇ 4 ਕੁ ਦਿਨਾਂ ਦੇ ਲਈ ਹਾਂ। ਸਾਡਾ ਚਿੱਤ ਵੀ ਜਿਹੜਾ ਔਗਣਾਂ ਦੇ ਨਾਲ ਮੈਲਾ ਹੈ, ਕੋਈ ਗੁਰੂ ਪੀਰ ਵੀ ਨਹੀਂ, ਗੁਣ ਨਾ ਸਮਾਵਣੀ, ਤੇ ਕਿਸੇ ਦਾ ਦਿੱਤਾ ਹੋਇਆ ਗੁਣ ਵੀ ਸਾਨੂੰ ਚੰਗਾ ਨਹੀਂ ਲੱਗਦਾ। ਗੁਣ ਸਾਰ ਨਾ ਜਾਣੀ, ਇਹ ਸ੍ਰੇਸ਼ਟ ਗੁਣ ਨੇ ਜਿਹੜਾ ਉਹਨਾਂ ਨੂੰ ਸੰਭਾਲਿਆ ਨਹੀਂ, ਉਹਨਾਂ ਦੀ ਸਾਰ ਨੂੰ ਨਹੀਂ ਜਾਣਿਆ। ਭਰਮ ਭੁਲਾਣੀ, ਭਰਮ ਦੇ ਵਿੱਚ ਭੁੱਲੇ ਹੋਏ ਆ ਵੀ ਸ਼ਾਇਦ ਇਸੇ ਤਰ੍ਹਾਂ ਹੀ ਸਾਰੀ ਉਮਰ ਜਿਹੜੀ ਗੁਜ਼ਰ ਜਾਏਗੀ। ਜੋਬਨ ਬਾਦ ਗਵਾਇਆ, ਤੇ ਇਸ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਅਸੀਂ ਆਪਣੇ ਇਸ ਜੀਵਨ ਨੂੰ, ਇਸ ਜਵਾਨੀ ਨੂੰ ਬਾਦ ਦੇ ਵਿੱਚ, ਬਾਦ ਦਾ ਅਰਥ ਹੁੰਦਾ ਵਿਅਰਥ, ਬਾਦ ਦਾ ਅਰਥ ਹੁੰਦਾ ਲੜਾਈ ਝਗੜਾ, ਕਿਉਂਕਿ ਲੜਾਈ ਵੀ ਵਿਅਰਥ ਹੀ ਹੈ। ਜੋਬਨ ਬਾਦ ਗਵਾਇਆ, ਬਾਦ ਵਿਵਾਦ ਦੇ ਵਿੱਚ ਅਸੀਂ ਇਹ ਜੀਵਨ ਨੂੰ, ਜਵਾਨੀ ਨੂੰ ਨਾਸ ਕਰ ਲਿਆ ਹੈ ਜੀ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਫਿਰ ਕਾ ਸਹਿਜ ਨਾ ਪਾਇਆ। ਪ੍ਰਭੂ ਪਰਮਾਤਮਾ ਜਿਹਨੂੰ ਅਸੀਂ ਵਰਨਾ ਸੀ, ਵਰਦਾ ਘਰ ਦਰ, ਉਹਦੇ ਦਰ ਤੇ ਘਰ ਦੀ ਸਾਨੂੰ ਸੋਝੀ ਨਹੀਂ, ਦਰਸ਼ਨ ਨਹੀਂ ਜਾਤਾ ਤੇ ਉਹਦੇ ਦਰਸ਼ਨ ਵੀ ਨਹੀਂ ਕਦੇ ਕੀਤੇ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਸੱਚੇ ਸਤਿਗੁਰ ਦੇ ਦਰ ਤੇ ਆਣ ਕੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਘਰ ਪਹੁੰਚ ਕੇ ਦਰਸ਼ਨ ਦਿਦਾਰੇ ਵੀ ਨਹੀਂ ਕੀਤੇ, ਜੋ ਸਾਡਾ ਵਾਰ ਹੈ। ਫਿਰਕਾ ਸਹਿਜ ਨਾ ਪਾਇਆ, ਜਿਸ ਕਰਕੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਦਾ ਜੋ ਗਿਆਨ ਹੈ ਨਾ, ਉਹ ਸਾਨੂੰ ਚੰਗਾ ਨਹੀਂ ਲੱਗਿਆ ਹੈ ਜੀ। ਸਤਿਗੁਰ ਪੁੱਛ ਨਾ ਮਾਰਗ ਚਾਹੀ, ਸੂਤੀ ਰਹਿਣ ਨਿਹਾਣੀ। ਨਾ ਹੀ ਅਸੀਂ ਸੱਚੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਗੁਰੂ ਮਾਰਗ ਤੇ ਚੱਲੇ ਆ। ਇਸ ਤਰ੍ਹਾਂ ਅਗਿਆਨਤਾ ਦੀ ਨੀਂਦ ਦੇ ਵਿੱਚ ਸੋਤਿਆਂ ਦੀ ਸਾਡੀ ਸਾਰੀ ਉਮਰ ਹੈ ਜਿਹੜੀ ਇਹ ਗੁਜ਼ਰ ਗਈ ਹੈ ਜੀ। ਨਾਨਕ ਬਲ ਤਨ ਰਾਡੇ ਪਾ, ਬਿਨ ਫਿਰ ਧਨ ਕੁਮਲਾਣੀ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਵੇਖੋ ਹੈ ਤਾਂ ਜਵਾਨੀ ਸੀ ਤੇ ਵਿਆਹੀ ਹੋਈ ਵੀ ਸੀ, ਰਾਡੇਪਾ, ਤੇ ਦਿਨ ਕਿਵੇਂ ਗੁਜ਼ਰੇ ਨੇ, ਜਿਵੇਂ ਇੱਕ ਔਰਤ ਵਿਧਵਾ ਹੋ ਜਾਏ ਨਾ ਤੇ ਉਹਦੇ ਪਤੀ ਤੋਂ ਬਿਨਾਂ ਦਿਨ ਗੁਜ਼ਰਦੇ ਨੇ, ਉਸੇ ਤਰ੍ਹਾਂ ਸਾਡਾ ਇਹ ਜੀਵਨ ਹੈ ਜਿਹੜਾ ਮਨੁੱਖ ਆ, ਇੱਥੇ ਅਸੀਂ ਆਣ ਕੇ ਗੁਰੂ ਪੀਰ ਵਾਲਾ ਹੋਣਾ ਸੀ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਸੀ, ਜਿਸ ਕਰਕੇ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਹੋ ਜਾਂਦਾ। ਅਸੀਂ ਵੀ ਉਸ ਬੇਸਮਝ ਬੱਚੀ ਦੀ ਤਰ੍ਹਾਂ ਆਪਣੀ ਜਵਾਨੀ ਨੂੰ ਰੰਡੇਪੇ ਵਿਧਵਾ ਦੀ ਤਰ੍ਹਾਂ ਗੁਜ਼ਾਰਨ ਕਰ ਦਿੱਤਾ ਹੈ। ਬਿਨ ਫਿਰ ਧਨ ਕਮਲਾਣੀ, ਉਸ ਪ੍ਰਭੂ ਪਰਮਾਤਮਾ ਤੋਂ ਬਿਨਾਂ ਨਾ, ਜਦੋਂ ਅੱਗੇ ਫਿਰ ਬੁਢੇਪਾ ਆ ਗਿਆ ਤੇ ਸਾਡਾ ਸਰੀਰ ਹੈ ਜਿਹੜਾ ਇਹ ਕਮਲਾ ਜਾਂਦਾ ਹੈ ਜੀ। ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ।
ਇੱਥੇ ਪਹਿਲੀ ਪੌੜੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਸਾਨੂੰ ਇੱਕ ਦ੍ਰਿਸ਼ਟਾਂਤ ਦੇ ਨਾਲ ਸਮਝਾਇਆ ਹੈ, ਇੱਕ ਨੁਕਤੇ ਦੇ ਨਾਲ ਸਮਝਾਇਆ ਹੈ। ਹੁਣ ਅਗਲੀ ਪੌੜੀ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਅਰਦਾਸ ਹੈ, ਹੇ ਸੱਚੇ ਸਤਿਗੁਰ ਜੀ, ਇਸ ਤਰ੍ਹਾਂ ਦੇ ਦਿਨ ਨੇ ਨਾ ਜਿਹੜੇ ਇਸ ਤਰ੍ਹਾਂ ਦਾ ਸੁਭਾਅ ਹੈ ਉਹ ਸਾਡੇ ਤੇ ਨਾ ਆਵੇ। ਪਹਿਲੀ ਪੌੜੀ ਦੇ ਵਿੱਚ ਸੱਚੇ ਸਤਿਗੁਰ ਨੇ ਇੱਕ ਨੁਕਤੇ ਦੇ ਨਾਲ ਸਾਨੂੰ ਸਮਝਾਣਾ ਕੀਤਾ ਹੈ ਵੀ ਵੇਖੋ, ਇਸ ਬੱਚੀ ਨੇ ਆਪਣਾ ਜੀਵਨ ਜਿਹੜਾ ਉਹ ਨਰਕਾ ਬਣਾ ਲਿਆ ਹੈ, ਵਿਅਰਥ ਦੇ ਵਿੱਚ ਗਵਾ ਲਿਆ ਹੈ। ਤੇ ਅਗਲੀ ਹੁਣ ਦੂਜੀ ਪੌੜੀ ਪ੍ਰਾਰੰਭ ਹੁੰਦੀ ਹੈ। ਇਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ, ਸਾਨੂੰ ਜਾਚ ਦੱਸਦੇ ਨੇ ਵੀ ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ, ਵੀ ਇਸ ਤਰ੍ਹਾਂ ਦਾ ਜੀਵਨ ਸਾਡਾ ਨਾ ਹੋਵੇ। ਅਰਦਾਸ ਦੇ ਵਿੱਚ ਬੇਨਤੀ ਹੈ, ਬਾਬਾ ਉਸ ਪ੍ਰਭੂ ਪਰਮਾਤਮਾ ਨੂੰ ਆਖੇ, ਬਾਬਾ ਗੁਰੂ ਨੂੰ ਆਖੇ। ਬਾਬਾ ਸਤਿਕਾਰ ਦਾ ਸ਼ਬਦ ਹੈ। ਸਾਡੇ ਵਿਦਿਆ ਦਾਤੇ ਕਿਹਾ ਕਰਦੇ ਸਨ, ਬਾਣੀ ਬਾਣਾ ਪੰਥ ਪਛਾਣਾ, ਸਿੰਘ ਗੁਰੂ ਕਾ ਪੰਛੀ ਜਾਣਾ। ਬੱਬਾ ਬਾਣੀ ਪੜ੍ਹਦਾ ਹੋਵੇ, ਬੱਬਾ ਬਾਣਾ ਪਾਇਆ ਹੋਵੇ। ਪੰਜ ਕਕਾਰ ਧੰਨ ਗੁਰੂ ਮਹਾਰਾਜ ਜੀ ਦਾ ਬਾਣਾ ਹੈ। ਪੰਜ ਕਕਾਰਾਂ ਦਾ ਧਾਰਨੀ ਹੋਵੇ, ਬਾਣੀ ਪੜ੍ਹਦਾ ਹੋਵੇ, ਭਾਵ ਨਿਤਨੇਮੀ ਹੋਵੇ, ਤੇ ਉਹਨੂੰ ਅਸੀਂ ਬਾਬਾ ਆਖ ਸਕਦੇ ਹਾਂ। ਉਹ ਬਾਬਾ ਆਖਣ ਦੇ ਯੋਗ ਹੈ। ਬਾਬਾ ਮੈਂ ਵਰ ਦੇਹੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਤੁਸੀਂ ਇਹ ਵਰਦਾਨ ਦਿਓ। ਬਾਬਾ ਮੈਂ ਵਰ ਦੇਹੇ, ਮੈਨੂੰ ਇਹ ਵਰਦਾਨ ਦਿਓ, ਮੈਂ ਹਰ ਵਰ ਭਾਵੇ। ਇੱਥੇ ਮੈਂ ਦਾ ਅਰਥ ਮੈਂ ਹੈ, ਜਿਹੜਾ ਪਿੱਛੇ ਮੈਂ ਆਇਆ ਸੀ ਨਾ, ਮੈਂ ਮਤ, ਉੱਥੇ ਮੈਂ ਦਾ ਅਰਥ ਸੀ ਨਸ਼ਾ, ਸ਼ਰਾਬ। ਕਿਸੇ ਬੋਲੀ ਦੇ ਵਿੱਚ ਮੈਂ ਸ਼ਰਾਬ ਨੂੰ ਆਖਦੇ ਨੇ, ਜਿਵੇਂ ਅੱਡ ਅੱਡ ਬੋਲੀਆਂ ਨੇ, ਅੱਡ ਅੱਡ ਬੋਲੀਆਂ ਦੇ ਅੱਡ ਅੱਡ ਸ਼ਬਦ ਨੇ। ਰਹੋ ਵਿਚਾਰ। ਬਾਬਾ ਮੈਂ ਵਰ ਦੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਇਹ ਵਰਦਾਨ ਦੇ। ਕਿਹੜਾ? ਮੈਂ ਹਰ ਵਰ ਭਾਵੇ, ਮੈਨੂੰ ਹਰੀ ਪਰਮਾਤਮਾ ਚੰਗਾ ਲੱਗੇ। ਬਾਬਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਵਰ ਦੇ, ਮੈਨੂੰ ਤੁਸੀਂ ਇਹ ਵਰਦਾਨ ਦਿਓ, ਮੈਂ ਹਰ ਵਰ ਭਾਵੇ, ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹਨੂੰ ਮੈਂ ਵਰ ਲਵਾਂ, ਉਹ ਮੈਨੂੰ ਚੰਗਾ ਲੱਗੇ, ਉਹਦੇ ਨਾਲ ਮੈਨੂੰ ਪ੍ਰੇਮ ਤੇ ਪ੍ਰੀਤ ਹੋ ਜਾਵੇ। ਤਿਸ ਕੀ ਬਲਰਾਮ ਜੀਓ, ਮੈਂ ਉਸ ਦੀ ਹੋ ਕੇ ਰਵਾਂ। ਤਿਸ ਕੀ ਬਲਰਾਮ ਜੀਓ, ਹੇ ਮੇਰੇ ਪ੍ਰਭੂ ਪਰਮਾਤਮਾ, ਸਾਰਿਆਂ ਦੇ ਵਿੱਚ ਰਮੇ ਹੋਏ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਤਿਸ ਕੀ, ਮੈਂ ਉਸ ਦਾ ਹੀ ਹੋ ਕੇ ਰਵਾਂ। ਕਿਸ ਦਾ? ਮੈਂ ਹਰ ਵਰ ਭਾਵੇ, ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ ਜਿਹੜਾ, ਇਹ ਵਰਨਾ ਚੰਗਾ ਲੱਗੇ ਤੇ ਮੈਂ ਉਸ ਦਾ ਹੀ ਹੋ ਕੇ ਰਵਾਂ। ਹੇ ਮੇਰੇ ਸੱਚੇ ਸਤਿਗੁਰੂ ਜੀ, ਮੇਰੇ ਤੇ ਕਿਰਪਾ ਕਰੋ। ਆਪ ਜੀ ਦੇ ਅੱਗੇ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ, ਇਹ ਮੈਨੂੰ ਆਪ ਜੀ ਵਰਦਾਨ ਦੇਣਾ ਕਰੋ। ਜੋ ਉੱਪਰ ਪਹਿਲੀ ਤੁਕ ਦੇ ਪਹਿਲੀ ਪੌੜੀ ਦੇ ਅੰਦਰ ਆਪ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਉਸ ਤਰ੍ਹਾਂ ਦੇ ਜਿਹੜੇ ਮਨਮੁਖ ਨੇ ਉਹ ਮੇਰੇ ਮੱਥੇ ਵੀ ਨਾ ਲੱਗਣ। ਉਹਨਾਂ ਵਰਗਾ ਜੀਵਨ ਤਾਂ ਬੜੀ ਦੂਰ ਦੀ ਗੱਲ ਹੈ, ਉਹਨਾਂ ਵਰਗਾ ਸੁਭਾਅ ਜਿਹੜਾ ਉਹ ਹੋਣਾ ਤਾਂ ਬੜੀ ਦੂਰ ਦੀ ਗੱਲ ਏ। ਇਸ ਤਰ੍ਹਾਂ ਦੇ ਜਿਹੜੇ ਮਨਮੁਖ ਨੇ ਨਾ, ਉਹ ਮੇਰੇ ਮੱਥੇ ਵੀ ਨਾ ਲੱਗਣ ਜੀ। ਰਬ ਰਹਿਆ ਜੁਗ ਚਾਰ, ਤੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ। ਹੁਣ ਅਗਲੀ ਤੁਕ ਦੇ ਵਿੱਚ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਅਸੀਂ ਉਸ ਪ੍ਰਭੂ ਪਰਮਾਤਮਾ ਦਾ ਵਰਦਾਨ ਕਿਉਂ ਮੰਗਦੇ ਹਾਂ, ਉਸ ਨੂੰ ਵਰਨਾ ਕਿਉਂ ਮੰਗਦੇ, ਉਹ ਸਾਨੂੰ ਚੰਗਾ ਲੱਗੇ, ਇਹ ਅਸੀਂ ਕਿਉਂ ਗੁਰੂ ਤੋਂ ਮੰਗਦੇ। ਇਸ ਵਾਸਤੇ ਰਬ ਰਿਹਾ ਜੁਗ ਚਾਰ, ਉਹ ਅਮਰ ਹੈ, ਅਟਲ ਹੈ, ਚਾਰਾਂ ਯੁੱਗਾਂ ਦੇ ਵਿੱਚ ਉਹ ਵਿਆਪਕ ਹੈ। ਆਦਿ ਕਾਲ ਤੋਂ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਤਿੰਨਾਂ ਯੁੱਗਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਰਵਿਆ ਹੋਇਆ ਹੈ। ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ, ਤਿੰਨਾਂ ਲੋਕਾਂ ਦੇ ਵਿੱਚ ਜਿਸ ਦੀ ਬਾਣੀ ਚੱਲਦੀ ਹੈ, ਭਾਵ ਜਿਸ ਦਾ ਬੋਲ, ਜਿਸ ਦੇ ਵਚਨ, ਜਿਸ ਦੀ ਬਾਣੀ ਤਿੰਨਾਂ ਲੋਕਾਂ ਦੇ ਵਿੱਚ ਚੱਲਦੀ ਹੈ। ਕੇਵਲ ਇਹ ਮਾਤ ਲੋਕ ਤੇ ਨਹੀਂ, ਉਸ ਦੀ ਬਾਣੀ ਹੈ ਜਿਹੜੀ ਉਹ ਅੱਗੇ ਵੀ ਤੇ ਪਤਾਲ ਲੋਕ ਦੇ ਵਿੱਚ ਵੀ, ਤਿੰਨਾਂ ਲੋਕਾਂ ਦੇ ਵਿੱਚ ਇਹ ਸਤਿਕਾਰਯੋਗ ਹੈ। ਧੰਨ ਗੁਰਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਚਨ, ਉਸ ਦਾ ਹੁਕਮ ਹੈ ਜਿਹੜਾ ਉਹ ਤਿੰਨਾਂ ਲੋਕਾਂ ਦੇ ਵਿੱਚ ਚੱਲਦਾ ਹੈ ਜੀ। ਤ੍ਰੇ ਭਵਨ ਕੰਤਰਵ ਸੁਹਾਗਣ, ਅਵਗਣਵੰਤੀ ਦੂਰੇ। ਇਹ ਮੇਰੇ ਸੱਚੇ ਸਤਿਗੁਰੂ ਜੀ, ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ ਨਾ, ਉਸ ਨੂੰ ਅਸੀਂ ਆਪਣਾ ਪ੍ਰਭੂ ਪਰਮਾਤਮਾ ਕੰਤ ਰਵੇ ਮਨ ਨਾ ਕਰੀਏ, ਸੁਹਾਗਣ ਤੇ ਉਸ ਦੀ ਪ੍ਰਾਪਤੀ ਵਾਲੇ ਹੋਣਾ ਕਰੀਏ।
ਅਵਗਣਵੰਤੀ ਦੂਰੇ, ਜਿਹੜੇ ਅਵਗਣਵੰਤੀ ਆਪ ਪਹਿਲੀ ਪੌੜੀ ਦੇ ਅੰਦਰ ਦੱਸੇ ਨੇ, ਉਹਦੇ ਤੋਂ ਸਾਨੂੰ ਦੂਰ ਰੱਖਣਾ ਕਰੀ। ਇੱਕ ਵਾਰੀ ਮੈਂ ਫਿਰ ਥੋੜੀ ਜੀ ਮਿਹਨਤ ਕਰਨੀ। ਬਾਬਾ ਮੈਂ ਵਰ ਦੇਹੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਅੱਗੇ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ, ਆਪ ਕਿਰਪਾ ਕਰੋ, ਸਾਨੂੰ ਇਹ ਵਰਦਾਨ ਦੇਣਾ ਕਰੋ। ਮੈਂ ਹਰ ਵਰ ਭਾਵੈ, ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹ ਵਰਨਾ ਜਿਹੜਾ ਉਹ ਚੰਗਾ ਲੱਗੇ, ਉਸ ਦਾ ਸਿਮਰਨ ਕਰਨਾ ਇਹ ਮੈਨੂੰ ਭਾ ਜਾਵੇ, ਚੰਗਾ ਲੱਗੇ। ਤਿਸ ਕੀ ਬਲਰਾਮ ਜੀਓ, ਮੈਂ ਉਸੇ ਪ੍ਰਭੂ ਪਰਮਾਤਮਾ ਦਾ ਹੋ ਕੇ ਰਵਾਂ। ਉਹ ਕਾਦੇ ਲਈ ਰਵ ਰਿਹਾ ਜੁਗ ਚਾਰ, ਉਹ ਚਾਰਾਂ ਯੁੱਗਾਂ ਦੇ ਵਿੱਚ ਵਿਆਪਕ ਹੈ, ਰਵਿਆ ਹੋਇਆ ਹੈ। ਤ੍ਰਿਪਣੋ ਪਾਣੀ ਬਾਣੀ ਜਿਸ ਕੀ ਬਲਰਾਮ ਜੀਓ, ਉਸ ਦੀ ਬਾਣੀ ਹੈ ਜਿਹੜੀ ਇਹ ਤਿੰਨਾਂ ਲੋਕਾਂ ਦੇ ਵਿੱਚ ਸਤਿਕਾਰਯੋਗ ਹੈ, ਪ੍ਰਧਾਨ ਹੈ। ਹੁਣ ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਬਾਣੀ ਦਾ ਅਰਥ ਹੁੰਦਾ ਬੋਲ। ਉਸ ਪ੍ਰਭੂ ਪਰਮਾਤਮਾ ਦੇ ਜਿਹੜੇ ਬੋਲ ਨੇ ਉਹ ਤਿੰਨਾਂ ਲੋਕਾਂ ਦੇ ਵਿੱਚ ਚੱਲਦੇ ਨੇ। ਜਿਵੇਂ ਘਰ ਦੇ ਵਿੱਚ ਇੱਕ ਮੁਖੀ ਹੋਵੇ ਤੇ ਉਹ ਮੁਖ ਦੇ ਵਿੱਚੋਂ ਕੋਈ ਵਚਨ ਬੋਲੇ ਤੇ ਸਾਰਾ ਪਰਿਵਾਰ ਹੈ ਜਿਹੜਾ ਉਹ ਮੰਨ ਲੈਂਦਾ ਹੈ। ਹੁਣ ਇਹਦਾ ਬੋਲ ਹੈ ਜਿਹੜਾ ਇਹ ਚੱਲਿਆ ਹੈ, ਇਹਦਾ ਹੁਕਮ ਹੈ ਜਿਹੜਾ ਇਹ ਚੱਲਿਆ ਹੈ। ਇਸੇ ਤਰ੍ਹਾਂ ਜੇ ਉਹ ਘਰੇ ਵੀ ਹੈ ਤੇ ਖੇਤ ਦੇ ਵਿੱਚ ਵੀ ਉਹਨੇ ਕਿਸੇ ਦੇ ਹੱਥ ਸੰਦੇਸ਼ਾ ਭੇਜ ਦਿੱਤਾ ਨਾ ਵੀ ਅੱਜ ਆਹ ਕੰਮ ਕਰਨਾ, ਤੇ ਉੱਥੇ ਵੀ ਸਾਰਿਆਂ ਨੇ ਮੰਨ ਲਿਆ। ਹੁਣ ਇਹਦੀ ਬਾਣੀ ਚੱਲਦੀ, ਇਸ ਦਾ ਬੋਲ ਚੱਲਦਾ ਹੈ, ਇਸ ਦਾ ਹੁਕਮ ਚੱਲਦਾ ਹੈ। ਧੰਨ ਗੁਰੂ ਜੀ ਇਹ ਸਮਝਾ ਰਹੇ ਨੇ, ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ, ਜੋ ਸਾਰਿਆਂ ਦੇ ਵਿੱਚ ਰਮਿਆ, ਮੈਂ ਉਸ ਤੋਂ ਵਾਰਨੇ ਬਲਿਹਾਰਨੇ ਜਾਂਦਾ, ਕਿਉਂਕਿ ਤਿੰਨਾਂ ਲੋਕਾਂ ਦੇ ਵਿੱਚ ਉਸ ਦੇ ਬੋਲ, ਉਸ ਦਾ ਹੁਕਮ, ਉਸ ਦੀ ਬਾਣੀ ਹੈ, ਇਹ ਚੱਲਦੀ ਹੈ। ਰਵ ਰਿਹਾ ਜੁਗ ਚਾਰ, ਤੇ ਚਾਰਾਂ ਯੁੱਗਾਂ ਦੇ ਵਿੱਚ ਵਿਆਪਕ ਹੈ। ਤ੍ਰਿਭਵਨ ਕੰਤ ਰਵੇ ਸੁਹਾਗਣ, ਸੁਹਾਗਣ ਦਾ ਅਰਥ ਹੁੰਦਾ ਪ੍ਰਾਪਤੀ ਵਾਲੇ, ਜਿਨ੍ਹਾਂ ਨੂੰ ਪ੍ਰਾਪਤ ਹੈ। ਤ੍ਰਿਭਵਨ ਤਿੰਨਾਂ ਲੋਕਾਂ ਦਾ ਮਾਲਕ, ਤਿੰਨਾਂ ਲੋਕਾਂ ਦੇ ਵਿੱਚੋਂ ਪ੍ਰਭੂ ਪਰਮਾਤਮਾ ਮਾਲਕ ਹੈ, ਰਵਿਆ ਹੋਇਆ ਹੈ, ਸੁਹਾਗਣ ਤੇ ਉਸ ਦੀ ਪ੍ਰਾਪਤੀ ਵਾਲੇ। ਅਵਗਣਵੰਤੀ ਦੂਰੇ, ਜਿਨ੍ਹਾਂ ਦੇ ਵਿੱਚ ਔਗਣ ਨੇ ਨਾ, ਉਹਨਾਂ ਤੋਂ ਸਾਨੂੰ ਤੋਂ ਦੂਰ ਰੱਖ। ਅਵਗਣਵੰਤੀ ਕਹਿੰਦੇ ਨੇ ਔਗਣਾਂ ਵਾਲੇ ਨੂੰ, ਗੁਣਵੰਤੀ ਕਹਿੰਦੇ ਨੇ ਜਿੰਦੇ ਵਿੱਚ ਗੁਣ ਹੋਣ। ਅਵਗਣਵੰਤੀ ਜਿੰਦੇ ਵਿੱਚ ਗੁਣ ਹੀ ਕੋਈ ਨਹੀਂ। ਭਾਵ ਪਹਿਲੀ ਪੌੜੀ ਦੇ ਵਿੱਚ ਜਿਹੜੇ ਔਗਣ ਦੱਸੇ ਨੇ, ਜਿਹੜੇ ਇਸ ਤਰ੍ਹਾਂ ਦੇ ਔਗਣਾਂ ਵਾਲੇ ਨੇ, ਦੂਰੇ ਤੂੰ ਕਿਰਪਾ ਕਰ ਮੇਰੇ ਸੱਚੇ ਸਤਿਗੁਰ ਜੀਓ, ਉਹਨਾਂ ਤੋਂ ਸਾਡੀ ਦੂਰੀ ਬਣੀ ਰਹੇ ਜੀ। ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰਪੂਰੇ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੈਸੀ ਆਸਾ, ਸਾਡੇ ਅੰਦਰ ਇੱਕ ਆਸ ਹੈ, ਇੱਕ ਉਮੀਦ ਹੈ। ਤੈਸੀ ਮਨਸਾ, ਜਿਸ ਤਰ੍ਹਾਂ ਦੀ ਸਾਡੀ ਉਮੀਦ ਹੁੰਦੀ ਹੈ ਨਾ, ਮਨ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਮਨਸਾ ਦਾ ਅਰਥ ਹੁੰਦਾ ਮਨ ਦਾ ਹੋਣਾ, ਮਨ ਦੀ ਇੱਛਾ। ਜੈਸੀ ਆਸਾ ਤੈਸੀ ਮਨਸਾ, ਜਿਸ ਤਰ੍ਹਾਂ ਦੀ ਸਾਡੇ ਅੰਦਰ ਆਸ ਹੋਵੇਗੀ, ਉਸ ਤਰ੍ਹਾਂ ਦੀ ਸਾਡੀ ਮਨ ਦੀ ਜਿਹੜੀ ਹੈ ਨਾ ਉਹ ਦਸ਼ਾ ਹੋ ਜਾਵੇਗੀ। ਪੂਰ ਰਿਹਾ ਪਰ ਪੂਰੇ, ਉਹ ਪ੍ਰਭੂ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ। ਹੁਣ ਧੰਨ ਗੁਰੂ ਜੀ ਇੱਥੇ ਸਾਨੂੰ ਇਹ ਸਮਝਾ ਰਹੇ ਨੇ, ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹੁੰਦੇ ਹਾਂ, ਪਰ ਸਾਡੇ ਅੰਦਰ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਕੁਝ ਇਸ ਤਰ੍ਹਾਂ ਦੀਆਂ ਆਸ਼ਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੀ ਮਨ ਦੀ ਦਸ਼ਾ ਹੈ ਨਾ ਜਿਹੜੀ, ਉਹ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਭਾਵ ਗੁਰਮੁਖਾਂ ਵਾਲੀ ਨਹੀਂ ਹੁੰਦੀ, ਅੰਦਰ ਅਵਸਥਾ ਨਹੀਂ ਬਣਦੀ। ਉਹ ਕਾਮਨਾ ਤਾਂ ਪੂਰੀ ਹੋ ਜਾਂਦੀ ਏ। ਜੈਸੀ ਆਸਾ ਤੈਸੀ ਮਨਸਾ, ਜਿਸ ਤਰ੍ਹਾਂ ਦੀ ਅਸੀਂ ਆਸ ਲਾ ਕੇ ਗੁਰੂ ਘਰ ਆਏ ਹਾਂ, ਸਾਡੀ ਮਨ ਦੀ ਹਾਲਤ ਹੈ ਨਾ ਜਿਹੜੀ, ਉਹ ਉਸ ਤਰ੍ਹਾਂ ਦੀ ਬਣ ਜਾਏਗੀ। ਇਹਨੂੰ ਇਸ ਤਰ੍ਹਾਂ ਸਮਝ ਲਈਏ, ਇੱਕ ਗੁਰਮੁਖ ਪਿਆਰਾ ਹੈ, ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ। ਹੁਣ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਤੇ ਅੰਦਰ ਆਸ ਇਹ ਲੱਗੀ ਏ ਵੀ ਮੈਨੂੰ ਨਾ ਧਨ ਦੀ ਪ੍ਰਾਪਤੀ ਹੋਵੇ। ਹੁਣ ਪ੍ਰਭੂ ਦੀ ਪ੍ਰਾਪਤੀ ਵਾਲੀ ਤਾਂ ਆਸ ਨਹੀਂ ਹੈਗੀ, ਧਨ ਦੀ ਪ੍ਰਾਪਤੀ ਵਾਲੀ ਆਸ ਹੈ। ਤੇ ਮਨ ਜਿਹੜਾ, ਮਨ ਦੀ ਜਿਹੜੀ ਮਨਸ਼ਾ ਹੈ, ਉਹ ਇੱਛਾ ਜਿਹੜੀ ਹੈ, ਉਹ ਧਨ ਵਾਲੀ ਹੋ ਗਈ ਹੈ। ਹੁਣ ਇਸ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ, ਧਨ ਦੀ ਪ੍ਰਾਪਤੀ ਹੋਏਗੀ। ਜੈਸੀ ਆਸਾ ਤੈਸੀ ਮਨਸਾ। ਹੁਣ ਗੁਰੂ ਜੀ ਇੱਥੇ ਇਹ ਦੱਸਦੇ ਨੇ ਵੀ ਅਸੀਂ ਜਦੋਂ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਸੁਣਦੇ ਹਾਂ, ਉਦੋਂ ਜਿਹੜੀ ਆਸ ਲੈ ਕੇ ਅਸੀਂ ਸੱਚੇ ਸਤਿਗੁਰ ਦੇ ਦਰ 'ਤੇ ਆਏ ਹਾਂ ਨਾ, ਸਾਡੀ ਮਨ ਦੀ ਜਿਹੜੀ ਮਨਸਾ ਹੈ ਨਾ, ਇੱਛਾ ਹੈ, ਉਸ ਤਰ੍ਹਾਂ ਦੀ
ਸਾਡੀ ਮਨ ਦੀ ਦਸ਼ਾ ਜਿਹੜੀ ਉਹ ਹੋ ਜਾਏਗੀ। ਪੂਰ ਰਿਹਾ ਭਰਪੂਰੇ, ਕਿਉਂਕਿ ਉਹ ਪ੍ਰਭੂ ਪਰਮਾਤਮਾ ਲਬ ਲਬ ਭਰਿਆ ਹੋਇਆ ਹੈ, ਵਿਆਪਕ ਹੈ। ਉਹ ਸਾਡੇ ਅੰਦਰ ਦੀ ਵੀ ਜਾਣਦਾ ਤੇ ਬਾਹਰ ਦੀ ਵੀ ਜਾਣਦਾ ਹੈ। ਪੂਰ ਰਿਹਾ, ਪੂਰ ਦਾ ਅਰਥ ਹੈ ਪਰਿਪੂਰਨ, ਰਿਹਾ ਭਰਪੂਰੇ। ਉਹ ਵਾਹਿਗੁਰੂ ਪਰਿਪੂਰਨ ਭਾਵ ਲਬ ਲਬ ਹਰ ਥਾਂ ਤੇ ਵਿਆਪਕ ਹੈ ਜੀ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵਿਸੇ। ਹੁਣ ਜਿਹੜੇ ਗੁਰਮੁਖ ਪਿਆਰੇ ਉਸ ਪ੍ਰਭੂ ਪਰਮਾਤਮਾ ਦੇ ਜਿਗਿਆਸੂ ਬਣ ਗਏ ਨੇ, ਉਹ ਸਦਾ ਹੀ ਪ੍ਰਾਪਤੀ ਵਾਲੇ ਹੋ ਜਾਂਦੇ ਨੇ। ਹਰ ਕੀ ਨਾਰ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਰਮੁਖ ਪਿਆਰੇ ਗੁਰਸਿੱਖ ਸੋ ਸਰਬ ਸੁਹਾਗਣ, ਉਹ ਸਦਾ ਹੀ ਸੁਹਾਗਣ ਪ੍ਰਾਪਤੀ ਵਾਲੇ ਹੁੰਦੇ ਨੇ। ਰਾਂਡ ਨਾ ਮੈਲੇ ਵੈਸੇ, ਨਾ ਤਾਂ ਉਹਨਾਂ ਦੇ ਮਨ ਦੇ ਵਿੱਚ ਮੈਲ ਹੁੰਦੀ ਏ ਤੇ ਨਾ ਹੀ ਕਦੀ ਉਹ ਪ੍ਰਭੂ ਪਰਮਾਤਮਾ ਤੋਂ ਵਿਛੜਦੇ ਨੇ। ਇਹ ਦੋ ਗੁਣ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਜਿਹੜੇ ਸੱਚੇ ਸਤਿਗੁਰ ਦੇ ਦਰ ਦੇ ਭਿਖਾਰੀ ਹੋ ਜਾਂਦੇ ਨੇ, ਉਹਦੇ ਦਰ ਦੇ ਗੁਰਸਿੱਖ ਹੋ ਜਾਂਦੇ ਨੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਧੰਨ ਗੁਰਬਾਣੀ, ਇਹਦੇ ਤੋਂ ਵੀ ਗਿਆਨ ਸੋਝੀ ਬੜੀ ਮਿਲਦੀ ਏ। ਹੋਰ ਵੀ ਜਿਹੜੇ ਆਪਾਂ ਕੁਝ ਪੋਥੀਆਂ ਗ੍ਰੰਥ ਪੜ੍ਹਦੇ ਆ, ਉਹਨਾਂ ਤੋਂ ਵੀ ਸਾਨੂੰ ਇਹ ਗਿਆਨ ਸੋਝੀ ਮਿਲਦੀ ਏ। ਜੇ 1000 ਪੁਰਾਣੀ ਸੰਗਤ ਦੇ ਵਿੱਚ, ਮੇਰੇ ਖਿਆਲ ਥੋੜਾ ਆਖਿਆ ਗਿਆ, ਜੇ 10,000 ਪੁਰਾਣੀ ਸੰਗਤ ਦੇ ਵਿੱਚ ਇਹਨਾਂ ਤੇ ਗੁਰੂ ਦੇ ਦਰ ਤੇ ਆਇਆ ਹੈ, ਉਹਨਾਂ 10,000 ਦੇ ਵਿੱਚੋਂ ਇੱਕ ਜਗਿਆਸੂ ਹੋਏਗਾ ਜਿੰਦਾ ਮਨ ਜਾਗਿਆ ਹੈ, ਜਿਹੜਾ ਸਹੀ ਮਕਸਦ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲੇ ਰਸਤੇ ਤੇ ਤੁਰਿਆ। ਨਹੀਂ ਤਾਂ ਸਾਰੇ ਅਸੀਂ ਮਤਲਬੀ ਆ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਅਵਰ ਵਿਵਹਾਰਾ। ਬਾਕੀ ਜਿਹੜੇ ਨੇ ਉਹ ਵਿਹਾਰ ਦੇ ਨਾਲ ਜੁੜੇ ਨੇ। ਜੁੜੇ ਅਸੀਂ ਗੁਰੂ ਮਹਾਰਾਜ ਜੀ ਦੇ ਨਾਲ, ਪਰ ਕੋਈ ਵਿਹਾਰ ਕਰਕੇ ਕੰਮ ਕਰਕੇ ਜੁੜਿਆ। ਕੋਈ ਵਿਰਲਾ ਹੈ ਜਿਹੜਾ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਉਸ ਦੀ ਪ੍ਰਾਪਤੀ ਦੇ ਲਈ ਜੁੜਿਆ। ਉਹਨੂੰ ਜਗਿਆਸੂ ਆਖਿਆ ਜਾਂਦਾ। ਭਾਵ ਇਹ ਜਾਗ ਪਿਆ, ਇਹਨੂੰ ਗਿਆਨ ਹੋ ਗਿਆ ਕਿ ਮੈਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਾਂ। ਇਹ ਜੀਵਨ ਅਮੋਲਕ ਹੈ ਤੇ ਦੁਬਾਰੇ ਨਹੀਂ ਮਿਲਣਾ। 10,000 ਦੇ ਵਿੱਚੋਂ ਇੱਕ ਜਗਿਆਸੂ ਤੇ 10,000 ਜਗਿਆਸੂਆਂ ਦੇ ਵਿੱਚੋਂ ਇੱਕ ਸਾਧ ਜਿਹੜਾ ਸਾਧਨਾ ਕਰਨ ਲੱਗ ਗਏ। 10,000 ਸਾਧ ਇਕੱਤਰ ਤੋਂ ਤੇ ਉਹਨਾਂ ਵਿੱਚੋਂ ਇੱਕ ਸੰਤ ਜਿਹੜਾ ਪ੍ਰਾਪਤੀ ਵਾਲਾ ਹੋ ਗਿਆ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹਰ ਕੀ ਨਾਰ ਜਿਹੜਾ ਸੰਤ ਹੋ ਗਿਆ ਸੋ ਸਰਬ ਸੁਹਾਗਣ, ਉਹ ਸਦਾ ਹੀ ਫਿਰ ਪ੍ਰਾਪਤੀ ਵਾਲਾ ਹੁੰਦਾ ਹੈ। ਰਾਂਡ ਨਾ ਮੈਲੇ ਵੇਸੇ, ਨਾ ਤਾਂ ਉਹਦਾ ਜਿਹੜਾ ਵੇਸ ਹੈ ਅੰਦਰ ਮਨ ਦਾ ਉਹ ਮੈਲਾ ਹੁੰਦਾ ਹੈ ਤੇ ਨਾ ਹੀ ਉਹ ਕਦੀ ਉਸ ਪ੍ਰਭੂ ਪਰਮਾਤਮਾ ਤੋਂ ਵਿਛੜਦਾ ਹੈ ਜੀ। ਨਾਨਕ ਮੈਂ ਵਰ, ਨਾਨਕ ਮੈਂ ਵਰ ਸਾਚਾ ਭਾਵੈ, ਜੋਗ ਜੋਗ ਪ੍ਰੀਤਮ ਤੈਸੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਮੈਂ ਵਰ ਸਾਚਾ ਭਾਵੇ। ਮੈਨੂੰ ਸੱਚੇ ਸਤਿਗੁਰ ਨੂੰ ਵਰਨਾ ਨਾ ਜਿਹੜਾ ਇਹ ਚੰਗਾ ਲੱਗਦਾ ਹੈ। ਮੈਂ ਵਰ ਸਾਚਾ ਭਾਵੇ, ਜਿਹੜਾ ਸੱਚੇ ਸਤਿਗੁਰ ਨੂੰ ਵਰਨਾ ਨਾ ਜਗਿਆਸੂ ਉਸ ਪ੍ਰਭੂ ਪਰਮਾਤਮਾ ਨੂੰ ਵਰਨਾ ਚਾਹੁੰਦਾ ਹੈ। ਨਾਨਕ ਮੈਂ ਵਰ ਸਾਚਾ ਭਾਵੇ, ਸਾਨੂੰ ਉਸ ਪ੍ਰਭੂ ਪਰਮਾਤਮਾ ਨੂੰ ਵਰਨਾ ਚੰਗਾ ਲੱਗਦਾ ਹੈ, ਉਸ ਨੂੰ ਪ੍ਰਾਪਤ ਕਰਨਾ ਚੰਗਾ ਲੱਗਦਾ ਹੈ। ਜੁਗ ਜੁਗ ਪ੍ਰੀਤਮ ਤੈਸੇ, ਇਸ ਤਰ੍ਹਾਂ ਦੇ ਜਿਹੜੇ ਪ੍ਰੀਤਮ ਨੇ ਨਾ, ਇਹ ਹਰ ਇੱਕ ਯੁੱਗ ਦੇ ਵਿੱਚ ਨੇ। ਭਾਵ ਉਹ ਪ੍ਰਭੂ ਪਰਮਾਤਮਾ ਹਰ ਯੁੱਗ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੀਤਮ ਪਿਆਰਾ ਹੈ ਜੀ। ਬਾਬਾ ਲਗਨ ਗਣਾਏ ਹਮ ਭੀ ਪੰਜਾ ਸਾਹੁਰੈ ਬਲਰਾਮ ਜੀਓ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ, ਇਹ ਪਾਵਨ ਸ਼ਬਦ ਹੈ ਜਿਹੜਾ ਇਹ ਸ਼ਿੰਗਾਰ ਰਸ ਦੇ ਵਿੱਚ 9 ਰਸ ਨੇ। ਗੁਰਬਾਣੀ 9 ਰਸਾਂ ਦੇ ਵਿੱਚ ਲਿਖੀ ਹੋਈ ਹੈ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਗੁਰਬਾਣੀ 9 ਰਸ ਇਸ ਦੇ ਅੰਦਰ ਹਨ। ਜਿੱਥੇ ਸ਼ਿੰਗਾਰ ਰਸ ਹੋਵੇ, ਜਿਹੜਾ ਸ਼ਬਦ ਸ਼ਿੰਗਾਰ ਰਸ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ, ਉਸ ਦੇ ਵਿੱਚ ਘਰ ਪਰਿਵਾਰ ਹੈ ਜਿਹੜਾ ਇਸ ਦਾ ਦ੍ਰਿਸ਼ਟਾਂਤ ਹੁੰਦਾ ਹੈ। ਬਾਬਾ ਲਗਨ ਗਣਾਏ, ਜਦੋਂ ਬੱਚੀ ਤੇ ਬੱਚੇ ਦਾ ਵਿਆਹ ਹੁੰਦਾ ਹੈ ਉਦੋਂ ਫਿਰ ਉਹਨਾਂ ਦਾ ਨਾਂ ਚੰਗਾ ਦਿਨ ਵੇਖਿਆ ਜਾਂਦਾ ਹੈ, ਇਹਨੂੰ ਆਖਿਆ ਜਾਂਦਾ ਲਗਨ ਗਣਾਏ। ਹਮ
ਮੈਂ ਪੀ ਵੰਝਾਂ ਸਹੁਰੇ। ਭਾਵ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਜੀ। ਇੱਥੇ ਤੀਜੀ ਪੌੜੀ ਪ੍ਰਾਰੰਭ ਹੋ ਗਈ ਹੈ। ਪਹਿਲੀ ਪੌੜੀ ਦੇ ਵਿੱਚ ਔਗਣ ਦੱਸੇ ਨੇ, ਦੂਜੀ ਪੌੜੀ ਦੇ ਵਿੱਚ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਸੱਚੇ ਸਤਿਗੁਰ ਦੇ ਅੱਗੇ ਇੱਕ ਜਗਿਆਸੂ ਦੇ ਰੂਪ ਦੇ ਵਿੱਚ, ਕਿ ਇਸ ਤਰ੍ਹਾਂ ਦੇ ਜਿਹੜੇ ਔਗਣ ਮੰਤੀ ਦੂਰੇ, ਜਿਹੜੇ ਇਸ ਤਰ੍ਹਾਂ ਦੇ ਮਨਮੁਖ ਨੇ, ਉਹਨਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖ। ਹੇ ਮੇਰੇ ਬਾਲਕ, ਉਹਨਾਂ ਦੇ ਮੱਥੇ ਨਾ ਸਾਨੂੰ ਲਾਣਾ ਕਰ, ਤੇ ਤੂੰ ਕਿਰਪਾ ਕਰ ਆਪਣੇ ਨਾਮ ਦੇ ਨਾਲ ਜੋੜਨਾ ਕਰ। ਸਾਡੇ ਅੰਦਰ ਦੀ ਜਿਹੜੀ ਆਸਾ ਹੈ ਉਹ ਆਪ ਜੀ ਦੀ ਪ੍ਰਾਪਤੀ ਵਾਲੀ ਹੋਵੇ ਤੇ ਅਸੀਂ ਆਪ ਜੀ ਨੂੰ ਪ੍ਰਾਪਤ ਕਰ ਲਈਏ। ਹੁਣ ਤੀਜੀ ਪੌੜੀ ਦੇ ਵਿੱਚ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ, ਪਹਿਲਾ ਸ਼ਲੋਕ ਹੀ ਹੈ ਬਾਬਾ ਫਰੀਦ ਜੀ ਦਾ। ਉਹਦੇ ਅੰਦਰ ਬਾਬਾ ਫਰੀਦ ਜੀ ਨੇ ਦੱਸਿਆ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਮੌਤ ਹੈ ਜਿਹੜੀ, ਉਹਨੇ ਸਾਰੇ ਦਰਵਾਜ਼ੇ ਭੰਨ ਕੇ ਆ ਜਾਣਾ ਹੈ। ਤੇ ਇਹ ਜਿਹੜਾ ਜੀਵਨ ਹੈ, ਇਹ ਇਸ ਤਰ੍ਹਾਂ ਦਾ ਜੀਵਨ ਹੈ, ਇਹ ਦੁਨੀਆ ਜਿਹੜੀ ਇਹ ਸਾਡਾ ਪੇਕਾ ਘਰ ਹੈ, ਤੇ ਅੱਗੇ ਜੋ ਜਾਣਾ ਹੈ ਉਹ ਸਾਡਾ ਸਹੁਰਾ ਘਰ ਹੈ। ਬਾਬਾ ਲਗਨ ਗਨਾਏ। ਹੁਣ ਧੰਨ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ ਸਾਡੇ ਤੇ ਵੀ ਉਹ ਦਿਨ ਆ ਜਾਵੇ। ਹੰਪੀ ਵੱਜਾ ਸਹੁਰੇ। ਹੇ ਸੱਚੇ ਸਤਿਗੁਰ ਜੀ, ਅਸੀਂ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਜਾ ਸਮਾਈਏ। ਬਾਬਾ ਲਗਨ ਗਣਾਏ। ਹੇ ਮੇਰੇ ਸੱਚੇ ਸਤਿਗੁਰ ਪ੍ਰੀਤਮ ਪਿਆਰਿਆ, ਕਿਰਪਾ ਕਰ ਸਾਡਾ ਵੀ ਉਹ ਦਿਨ ਆ ਜਾਵੇ ਜਿਸ ਦਿਨ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬਰਾਜ ਜਾਈਏ, ਸਮਾ ਜਾਈਏ। ਬਲਰਾਮ ਜੀਓ, ਅਸੀਂ ਆਪ ਜੀ ਦੇ ਇਸ ਪਾਵਨ ਪਵਿੱਤਰ ਨਾਮ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਹੁਣ ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਸਾਹਾ, ਸਾਹ ਕਹਿੰਦੇ ਨੇ ਸਾਹੇ ਚਿੱਠੀ ਨੂੰ। ਜਦੋਂ ਵਿਆਹ ਕੱਢਿਆ ਜਾਂਦਾ, ਦਿਨ ਤਰੀਕ ਜਿਹੜੀ ਗੁਰਮੁਖ ਪਿਆਰੇ ਜਦੋਂ ਉਹਨੂੰ ਮੱਥ ਲੈਂਦੇ ਨੇ, ਫਿਰ ਇੱਕ ਸਾਹੇ ਚਿੱਠੀ ਲਿਖੀ ਜਾਂਦੀ ਹੈ ਜਿਹੜੀ ਲੜਕੀ ਵਾਲੇ ਘਰ ਵੱਲ ਭੇਜੀ ਜਾਂਦੀ ਹੈ। ਹੁਕਮ ਰਜਾਏ। ਹੁਣ ਪਹਿਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਨੂੰ ਸੱਚੇ ਸਤਿਗੁਰ ਦੇ ਅੱਗੇ ਅਰਦਾਸ ਕੀਤੀ, ਹੈ ਸੱਚੇ ਸਤਿਗੁਰ ਜੀ, ਜਿਵੇਂ ਭਗਤ ਕਬੀਰ ਜੀ ਨੇ ਆਪਣੀ ਗੁਰਬਾਣੀ ਦੇ ਅੰਦਰ ਦੱਸਿਆ ਹੈ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਬਈ ਜਿਹੜੀ ਮੌਤ ਤੋਂ ਲੋਕੀ ਡਰਦੇ ਨੇ ਨਾ, ਮੈਂ ਤਾਂ ਜਦੋਂ ਉਸ ਦਿਨ ਨੂੰ ਚੇਤੇ ਕਰਦਾ ਮੈਨੂੰ ਆਨੰਦ ਵੱਜ ਜਾਂਦਾ, ਖੁਸ਼ੀ ਆ ਜਾਂਦੀ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਉਸ ਦਿਨ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਣਾ ਹੈ। ਇਸ ਚਾਅ ਦੇ ਨਾਲ ਮੇਰੇ ਅੰਦਰ ਆਨੰਦ ਵੱਜ ਜਾਂਦਾ ਹੈ। ਹੁਣ ਧੰਨ ਗੁਰੂ ਜੀ ਨੇ ਕਿਰਪਾ ਕੀਤੀ। ਪਹਿਲੀ ਤੁਕ ਦੇ ਵਿੱਚ ਸਾਨੂੰ ਦੱਸਿਆ, ਬਾਬਾ ਲਗਨ ਗਣਾਏ। ਹੇ ਮੇਰੇ ਸੱਚੇ ਸਤਿਗੁਰ ਜੀ, ਸਾਡਾ ਵੀ ਉਹ ਦਿਨ ਕੱਢ ਦਿਓ। ਹੰਪੀ ਵੱਜਾ ਸਹੁਰੇ, ਅਸੀਂ ਵੀ ਆਪ ਜੀ ਦੇ ਚਰਨਾਂ ਵਿੱਚ ਜਾ ਸਮਾਈਏ। ਬਲਰਾਮ ਜੀਓ, ਹੇ ਮੇਰੇ ਸੱਚੇ ਸਤਿਗੁਰ, ਅਸੀਂ ਆਪ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਦੂਜੀ ਤੁਕ ਵਿੱਚ ਦੱਸਦੇ ਨੇ, ਸਾਹ ਹੁਕਮ ਰਜਾਏ। ਹੁਕਮ ਰਜਾਏ, ਉਸ ਦਾ ਜਦੋਂ ਹੁਕਮ ਹੁੰਦਾ ਹੈ, ਉਸ ਦੀ ਜਦੋਂ ਰਜਾ ਹੁੰਦੀ ਹੈ, ਫਿਰ ਉਹ ਹੁਕਮ ਕਰਦਾ ਹੈ, ਤੇ ਸਾਹਾ ਉਦੋਂ ਫਿਰ ਉਹ ਸਾਹਾ ਚਿੱਠੀ ਆ ਜਾਂਦੀ ਹੈ। ਸਾਹਾ ਹੁਕਮ ਰਜਾਏ, ਉਸ ਦੇ ਹੁਕਮ, ਉਸ ਦੀ ਰਜਾ ਦੇ ਨਾਲ ਉਹ ਦਿਨ ਹੈ ਜਿਹੜਾ ਫਿਰ ਉਹ ਆਉਂਦਾ ਹੈ। ਇਸ ਤਰ੍ਹਾਂ ਨਾ ਮੰਗਣ ਦੇ ਨਾਲ ਨਹੀਂ ਆਉਂਦਾ, ਆਉਂਦਾ ਹੈ ਜ਼ਰੂਰ, ਪਰ ਇਸ ਤਰ੍ਹਾਂ ਮੰਗਣ ਦੇ ਨਾਲ ਨਹੀਂ ਆਉਂਦਾ। ਜਿਹੜੇ ਉਸ ਪ੍ਰਭੂ ਪਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਨੇ, ਜਿਹੜੇ ਦਿਨ ਦਿੱਤੇ ਨੇ, ਉਹ ਜਦੋਂ ਪੂਰੇ ਹੋ ਜਾਂਦੇ ਨੇ, ਉਦੋਂ ਫਿਰ ਉਸ ਦਾ ਹੁਕਮ ਹੋ ਜਾਂਦਾ ਹੈ, ਉਸ ਦੀ ਰਜਾ ਦੇ ਨਾਲ, ਤੇ ਉਹ ਦਿਨ ਆ ਜਾਂਦਾ ਹੈ। ਸੋ ਨਾ ਟਲੇ, ਉਹ ਟਲਣਾ ਨਹੀਂ। ਸੋ ਨਾ ਟਲੇ, ਉਹ ਟਲਦਾ ਵੀ ਨਹੀਂ। ਭਾਵ ਅਸੀਂ ਉਸ ਤੋਂ ਜ਼ਿਆਦਾ ਵੀ ਨਹੀਂ ਜਿਉ ਸਕਦੇ ਤੇ ਘੱਟ ਵੀ ਨਹੀਂ ਜਿਉ ਸਕਦੇ, ਇਸ ਤਰ੍ਹਾਂ ਸਮਝ ਲਓ। ਧੰਨ ਗੁਰੂ ਨੇ ਦੂਜੀ ਤੁਕ ਦੇ ਅੰਦਰ ਸਾਨੂੰ ਸੋਝੀ ਦਿੱਤੀ ਹੈ, ਮੰਗ ਤਾਂ ਲਿਆ ਉਸ ਪ੍ਰਭੂ ਤੋਂ ਦਿਨ, ਪਰ ਉਹ ਦਿਨ ਉਸ ਦੀ ਰਜਾ ਦੇ ਨਾਲ ਹੈ, ਉਸ ਦੀ ਰਜਾ ਦੇ ਵਿੱਚ ਹੁਕਮ ਹੁੰਦਾ, ਤੇ ਫਿਰ ਉਹ ਸਾਹਾ ਆ ਜਾਂਦਾ ਹੈ। ਸੋ ਨਾ ਟਲੇ, ਉਹ ਫਿਰ ਟਲਦਾ ਨਹੀਂ। ਜੋ ਪ੍ਰਭ ਕਰੇ, ਜਿਹੜਾ ਵਾਹਿਗੁਰੂ ਨੇ ਕਰ ਦਿੱਤਾ। ਬਲਰਾਮ ਜੀਓ, ਹੇ ਮੇਰੇ ਸੱਚੇ ਸਤਿਗੁਰ ਜੀ, ਅਸੀਂ ਆਪ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨਾ ਸਾਕੈ ਕੋਈ। ਕਿਰਤ, ਇਹ ਜੋ ਅਸੀਂ ਕਰਦੇ ਹਾਂ ਨਾ, ਇਹ ਸਾਡੀ ਕਿਰਤ ਹੈ। ਪਿਆ, ਇਹ ਸਾਨੂੰ ਪਈ ਹੋਈ ਹੈ। ਕਰਤੇ, ਕਰ ਪਾਇਆ, ਉਸ ਵਾਹਿਗੁਰੂ ਨੇ ਇਹ ਕਿਰਤ ਸਾਨੂੰ ਪਾਈ ਹੈ। ਕਿਸੇ ਦੀ ਡਿਊਟੀ ਲਾਈਏ, ਗੁਰਮੁਖ ਪਿਆਰਿਆ ਤੂੰ ਨਿੰਦਿਆ ਕਰਨੀ ਹੈ। ਕਿਸੇ ਦੀ ਡਿਊਟੀ ਲਾਈਏ, ਗੁਰਮੁਖ ਪਿਆਰਿਆ ਤੂੰ ਵਡਿਆਈ ਕਰਨੀ ਹੈ। ਕਿਸੇ ਦੀ ਡਿਊਟੀ ਲਾਈਏ, ਤੂੰ ਨਾਮ ਜਪਣਾ ਹੈ। ਇਵੇਂ ਕਿਸੇ ਦੀ ਡਿਊਟੀ ਲੱਗੀ ਹੈ, ਤੂੰ ਕਥਾ ਵਿਚਾਰਾਂ ਕਰਨੀਆਂ ਨੇ। ਕਿਸੇ ਦੀ ਡਿਊਟੀ ਹੈ, ਤੂੰ ਪਾਠ ਕਰਨਾ ਹੈ। ਕਿਸੇ ਦੀ ਡਿਊਟੀ ਹੈ, ਤੂੰ ਕੀਰਤਨ ਕਰਨਾ ਹੈ।
ਕਿਸੇ ਦੀ ਕਿਸੇ ਤਰ੍ਹਾਂ ਕਿਸੇ ਦੀ ਖੇਤੀ ਵਾਲੀ ਕਿਰਤ ਹੈ, ਕਿਸੇ ਦੀ ਦੁਕਾਨਦਾਰੀ ਵਾਲੀ ਕਿਰਤ ਹੈ। ਕਿਰਤ ਪਿਆ ਕਰਤੇ ਕਰ ਪਾਇਆ। ਉਸ ਵਾਹਿਗੁਰੂ ਨੇ ਨਾ ਸਾਨੂੰ ਕਿਰਤ ਪਾਈ ਹੋਈ ਹੈ ਵੀ ਤੂੰ ਇਹ ਕੰਮ ਕਰਨਾ ਹੈ, ਕਰਤੇ ਕਰ ਪਾਇਆ। ਤੇ ਉਹ ਕਿਸੇ ਆਮ ਮਨੁੱਖ ਦਾ ਪਾਇਆ ਹੋਇਆ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਉਸ ਕਿਰਤ ਦੇ ਵਿੱਚ ਲਾਇਆ। ਮੇਟ ਨਾ ਸਕੇ ਕੋਈ, ਇਹਨੂੰ ਵੀ ਕੋਈ ਨਹੀਂ ਮਿਟਾ ਸਕਦਾ, ਇਹਨੂੰ ਵੀ ਕੋਈ ਟਾਲ ਨਹੀਂ ਸਕਦਾ, ਇਹਨੂੰ ਵੀ ਕੋਈ ਹਟਾ ਨਹੀਂ ਸਕਦਾ ਹੈ ਜੀ। ਜਾਂਜੀ ਨਾਓ ਨਰਹਿ ਨਹਿ ਕੇਵਲ ਰਬ ਰਹਿਆ ਤੇ ਹੋਈ। ਹੁਣ ਜਿਵੇਂ ਬਰਾਤ ਹੁੰਦੀ ਏ ਤੇ ਉਹਦੇ ਵਿੱਚ ਇੱਕ ਲਾੜਾ ਹੁੰਦਾ ਹੈ, ਉਹ ਬੱਚੀ ਨੂੰ ਭਰ ਕੇ ਲੈ ਜਾਂਦਾ ਹੈ। ਉਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਨਾ, ਉਹ ਨੌ ਨਰਹਿ ਨਹਿ ਕੇਵਲ, ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਜਾਂਜੀ, ਉਹ ਜੰਜ ਲੈ ਕੇ ਆਏਗਾ। ਭਾਵ ਆਪਣੇ ਨਾਲ ਨਾ ਉਹ ਗਨ ਲੈ ਕੇ ਆਏਗਾ। ਇੱਥੇ ਨਾ ਮਨੁੱਖ ਜਦੋਂ ਮਰਦਾ ਹੈ ਤੇ ਇਹਨੂੰ ਜਿਹੜਾ ਪਾਪੀ ਮਨੁੱਖ ਹੈ ਉਹਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ, ਤੇ ਜਿਹੜਾ ਪੁੰਨੀ ਹੈ ਜਿਹਨੇ ਨਾਮ ਜਪਿਆ ਹੈ ਉਸ ਪ੍ਰਭੂ ਪਰਮਾਤਮਾ ਦਾ ਨਾਮ ਅੱਗੇ ਹੁੰਦਾ ਹੈ। ਤੇ ਗਣ ਨੇ ਜਿਹੜੇ ਉਹ ਫਿਰ ਨਾਲ ਬਿਬਾਨ ਲੈ ਕੇ ਆਉਂਦੇ ਨੇ ਤੇ ਬਿਬਾਨ ਤੇ ਬਿਠਾ ਕੇ ਲੈ ਕੇ ਜਾਂਦੇ ਨੇ। ਜਿਵੇਂ ਆਪਾਂ ਗੁਰੂ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਮਹਾਰਾਜ ਜੀ ਜਦੋਂ ਸਰੀਰ ਛੱਡਦੇ ਨੇ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਈ ਆਕਾਸ਼ ਦੇ ਵਿੱਚ ਇੱਕ ਵਖਰੇਵੇਂ ਦੇ ਨਾਲ ਪ੍ਰਕਾਸ਼ ਹੁੰਦਾ ਹੈ। ਦੇਵਤੇ ਗਣ ਬਿਬਾਨ ਲੈ ਕੇ ਆ ਗਏ ਨੇ, ਧੰਨ ਗੁਰੂ ਮਹਾਰਾਜ ਜੀ ਦੇ ਉੱਤੇ ਫੁੱਲ ਵਰਸਾਏ ਗਏ ਨੇ। ਇਹ ਗੁਰੂ ਮਹਾਰਾਜ ਜੀ ਉਹ ਵੀ ਇੱਥੇ ਦੱਸ ਰਹੇ ਨੇ, ਜਾਂਜੀ ਨਾਉ ਨਰਹਿ ਨਹਿ ਕੇਵਲ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਇਹ ਫਿਰ ਨਾਲ ਆਪਣੇ ਨਾਲ ਦੇਵਤੇ ਫਰਿਸ਼ਤੇ ਲੈ ਕੇ ਆਉਂਦਾ ਹੈ, ਬਿਬਾਨ ਲੈ ਕੇ ਆਉਂਦੇ ਨੇ। ਰਬ ਰਿਆ ਤੇ ਹੁਲੋਈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕੀ ਹੈ ਜੋ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ ਜੀ। ਮਾਏ ਨਿਰਾਸੀ ਰੋਏ ਵਿਛੁੰਡੀ ਬਾਲੀ ਬਾਲੈ ਹੇਤੇ। ਧੰਨ ਗੁਰੂ ਜੀ ਦੱਸਦੇ ਨੇ ਜਦੋਂ ਬੱਚੀ ਦਾ ਵਿਆਹ ਹੁੰਦਾ ਹੈ ਉਹ ਸਹੁਰਿਆਂ ਦੇ ਘਰੇ ਜਾਂਦੀ ਹੈ ਤੇ ਉਹਦੀ ਮਾਂ ਫਿਰ ਨਿਰਾਸ਼ ਹੋ ਜਾਂਦੀ, ਕਿਉਂਕਿ ਬੱਚੀ ਦੇ ਨਾਲ ਮੋਹ ਹੁੰਦਾ ਹੈ। ਪਰ ਉਹ ਬੱਚੀ ਹੈ ਜਿਹਦੀ ਜਦੋਂ ਸਹੁਰਿਆਂ ਦੇ ਘਰੇ ਚਲੀ ਜਾਂਦੀ ਹੈ ਤੇ ਉਸ ਦਾ ਨਾ ਆਪਣੇ ਪਤੀ ਪਰਿਵਾਰ ਦੇ ਨਾਲ ਨਾ ਮੇਲ ਮਿਲਾਪ ਹੋ ਜਾਂਦਾ, ਉਧਰ ਮੋਹ ਪੈ ਜਾਂਦਾ ਹੈ। ਉਸੇ ਤਰ੍ਹਾਂ ਮਾਏ ਨਿਰਾਸੀ, ਜਦੋਂ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਇਸ ਦੁਨੀਆ ਤੋਂ ਜਾਂਦੇ ਨੇ ਨਾ, ਤੇ ਫਿਰ ਮਾਇਆ ਨੂੰ ਬੜੀ ਨਿਰਾਸੀ ਆਉਂਦੀ ਵੀ ਇਹ ਮੇਰੇ ਤੋਂ ਬਚ ਗਿਆ। ਦਾਸ ਬੇਨਤੀ ਕਰਦਾ ਹੁੰਦਾ, ਜਦੋਂ ਕੋਈ ਨਾਮ ਜਪਦਾ ਸਿਮਰਨ ਕਰਦਾ ਨਾ, ਮਾਇਆ ਨੂੰ ਬੜੀ ਤਕਲੀਫ ਹੁੰਦੀ ਹੈ। ਮਾਇਆ ਤਿੰਨ ਪ੍ਰਕਾਰ ਦੀ ਹੈ, ਬ੍ਰਹਮ ਮਾਇਆ, ਚੇਤਨ ਮਾਇਆ, ਜੜ ਮਾਇਆ। ਜਿਹੜੀ ਬ੍ਰਹਮ ਮਾਇਆ ਨਾ ਉਹਨੂੰ ਬੜੀ ਤਕਲੀਫ ਹੁੰਦੀ ਹੈ। ਉਹਨੂੰ ਤਕਲੀਫ ਕਿਉਂ ਹੁੰਦੀ ਹੈ? ਜਿਵੇਂ ਪਿੰਡ ਦੇ ਵਿੱਚ ਕੋਈ ਸਰਪੰਚ ਹੋਵੇ ਤੇ ਉਹ ਸਰਪੰਚੀ ਤਾਂ ਹੀ ਕਰੇਗਾ ਨਾ ਜੇ ਪਿੰਡ ਵਸਦਾ ਹੈ। ਜੇ ਪਿੰਡ ਹੀ ਨਹੀਂ ਵਸਦਾ, ਪਿੰਡ ਵਿੱਚ ਕੋਈ ਹੈ ਨਹੀਂ, ਤੇ ਉਹ ਵਿਚਾਰਾ ਹੁਣ ਸਰਪੰਚੀ ਕਾਹਦੇ ਤੇ ਕਰੇਗਾ। ਉਸੇ ਤਰ੍ਹਾਂ ਜੇ ਦੁਨੀਆ ਹੈਗੀ ਏ ਤੇ ਇਹ ਮਾਇਆ ਇਹਨਾਂ ਤੇ ਰਾਜ ਕਰੇਗੀ, ਜੇ ਦੁਨੀਆ ਹੀ ਨਹੀਂ ਹੈਗੀ ਤੇ ਫਿਰ ਇਹ ਰਾਜ ਕਿਹਦੇ ਤੇ ਕਰੇਗੀ? ਮਾਇਆ ਨਿਰਾਸੀ। ਇਸ ਕਰਕੇ ਮਾਇਆ ਬੜੀ ਨਿਰਾਸ਼ ਹੋ ਜਾਂਦੀ। ਕਿਉਂ ਨਿਰਾਸ਼ ਹੋ ਜਾਂਦੀ ਹੈ? ਵੀ ਇਹ ਨਾਮ ਜਪ ਕੇ ਨਾ ਤਰ ਗਿਆ। ਰੋਏ ਵਿਛੁੰਨੀ, ਇਹ ਫਿਰ ਵਿਛੜ ਕੇ ਬੜਾ ਰੋਂਦੀ ਹੈ ਵੀ ਇਹ ਜੂਨਾਂ ਚੋਂ ਨਿਕਲ ਗਿਆ, ਇਹ ਮੇਰੇ ਤੋਂ ਬਚ ਗਿਆ। ਬਾਲੀ ਬਾਲੇ ਹੇਤੇ, ਜਿਵੇਂ ਬਾਲੀ ਨੂੰ ਬੱਚੀ ਨੂੰ ਬਾਲੇ ਸਹੁਰੇ ਪਰਿਵਾਰ ਦੇ ਨਾਲ ਪਿਆਰ ਹੋ ਜਾਂਦਾ ਹੈ, ਉਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਜੀ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ। ਧੰਨ ਗੁਰੂ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਇਹ ਅਵਸਥਾ ਕਿਵੇਂ ਪ੍ਰਾਪਤ ਹੋਵੇ, ਇਸ ਤਰ੍ਹਾਂ ਦਾ ਸਾਡਾ ਜੀਵਨ ਕਿਵੇਂ ਬਣੇ? ਗੁਰ ਸ਼ਬਦ ਸੁਖ ਮਹਿਲੀ, ਜੇ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜਾਂਗੇ ਨਾ, ਫਿਰ ਸਰੂਪ ਦਾ ਜਿਹੜਾ ਸੁਖ ਹੈ ਉਹ ਸਾਨੂੰ ਪ੍ਰਾਪਤ ਹੋਏਗਾ। ਗੁਰ ਸ਼ਬਦ, ਗੁਰੂ ਦਾ ਸ਼ਬਦ ਹੈ ਵਾਹਿਗੁਰੂ। ਆ ਧੰਨ ਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਗੁਰੂ ਮਹਾਰਾਜ ਜੀ ਸਾਨੂੰ ਗਿਆਨ ਦੇ ਰਹੇ ਨੇ, ਸੋਝੀ ਦੇ ਰਹੇ ਨੇ, ਬੜੇ ਨੁਕਤਿਆਂ ਦੇ ਨਾਲ, ਬੜੇ ਦ੍ਰਿਸ਼ਟਾਂਤ ਦੇ ਕੇ, ਬੜੇ ਪ੍ਰਮਾਣ ਦੇ ਕੇ ਸਾਨੂੰ ਸਮਝਾ ਰਹੇ ਨੇ। ਗੁਰ ਸ਼ਬਦ ਸੁਖ ਮਹਿਲੀ, ਗੁਰੂ ਦੇ ਸ਼ਬਦਾਂ ਦੇ ਨਾਲ ਸਰੂਪ ਦਾ ਸੁਖ ਪ੍ਰਾਪਤ ਹੁੰਦਾ ਹੈ। ਤੇ ਹੁਣ ਗੁਰੂ ਦਾ ਸ਼ਬਦ ਕਿੱਥੋਂ ਮਿਲੇ? ਗੁਰ ਚਰਨੀ ਪ੍ਰਭ ਚੇਤੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਨਾ ਉਸ ਵਾਹਿਗੁਰੂ ਨੂੰ ਅਸੀਂ ਚੇਤੇ ਕਰਨਾ ਹੈ। ਫਿਰ ਗੁਰੂ ਦੇ ਸ਼ਬਦ ਦੀ ਕਮਾਈ ਹੋਏਗੀ ਸੁਖ ਮਹਿਲੀ, ਤੇ ਸੱਚੇ ਸਤਿਗੁਰ ਦਾ ਜਿਹੜਾ ਸਰੂਪ ਹੈ ਉਸ ਦਾ ਸੁਖ ਪ੍ਰਾਪਤ ਹੁੰਦਾ ਹੈ। ਇੱਕ ਵਾਰੀ ਮੈਂ ਫਿਰ ਥੋੜੀ ਜੀ ਮਿਹਨਤ ਕਰਦੇ ਆ। ਗੁਰ ਸ਼ਬਦ ਸੁਖ ਮਹਿਲੀ, ਗੁਰ ਚਰਨੀ ਪ੍ਰਭ ਚੇਤੇ,
ਜਿਹੜਾ ਗੁਰਮੁਖ ਪਿਆਰਾ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਪ੍ਰਭ ਚੇਤੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਦਾ ਰਹਿੰਦਾ ਹੈ ਨਾ, ਵੈਗੁਰੂ ਵੈਗੁਰੂ ਕਰਦਾ ਰਹਿੰਦਾ ਹੈ। ਗੁਰ ਸ਼ਬਦ, ਉਹਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਹੈ, ਸੁਖ ਮੈਲੀ ਉਹਨੂੰ ਸਰੂਪ ਦਾ ਸੁਖ ਪ੍ਰਾਪਤ ਹੁੰਦਾ ਹੈ ਜੀ। ਬਾਬੁਲ ਦਿਤੜੀ ਦੂਰ ਨਾ ਆਵੈ, ਘਰ ਪਈਐ ਬਲਰਾਮ ਜੀਓ। ਆਖਰੀ ਪੌੜੀ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਬਾਬੁਲ ਦਿਤੜੀ ਦੂਰ ਨਾ ਆਵੇ, ਘਰ ਪਈਏ ਬਲਰਾਮ ਜੀਓ। ਬੱਚੀ ਨੂੰ ਦੂਰ ਦਰਾਡੇ ਵਿਆਹਿਆ ਹੋਵੇ ਤੇ ਫਿਰ ਉਹ ਬੜੇ ਚਰੋਕਣੇ ਸਮੇਂ ਤੋਂ ਆਉਂਦੀ ਹੈ। ਉਸੇ ਤਰ੍ਹਾਂ ਬਾਬੁਲ ਸਾਡਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਦਿਤੜੀ ਦੂਰ ਇਹਨਾਂ ਨੇ ਉਹ ਸੱਚਖੰਡ ਦੇ ਵਿੱਚ ਵਾਸਾ ਕਰ ਦਿੱਤਾ ਹੈ। ਨਾ ਆਵੇ ਘਰ ਪਈਏ, ਇਹ ਧਰਤੀ ਪੇਕੇ, ਇੱਥੇ ਦੁਬਾਰਾ ਜਨਮ ਲੈਣ ਵਾਸਤੇ ਨਹੀਂ ਆਉਣਾ ਪਏਗਾ। ਬਾਬੁਲ ਦਿਤੜੀ ਦੂਰ, ਬਾਬੁਲ ਸਾਡਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ, ਦਿਤੜੀ ਦੂਰ ਉਹਨਾਂ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾਲ ਜੋੜਿਆ ਹੈ। ਸਾਨੂੰ ਕਿਸੇ ਦੇਵੀ ਦੇਵਤੇ ਨਾਲ, ਪੀਰ ਫਕੀਰ ਦੇ ਨਾਲ ਨਹੀਂ ਜੋੜਿਆ, ਕਿਸੇ ਬੂਬਣੇ ਦੇ ਨਾਲ ਨਹੀਂ ਜੋੜਿਆ। ਜਦੋਂ ਇੱਕ ਗੁਰਸਿੱਖ ਦੇ ਹੱਥ ਦੇ ਵਿੱਚ ਗੁਟਕਾ ਸਾਹਿਬ ਹੁੰਦਾ ਤੇ ਉਹ ਬਾਣੀ ਪੜ੍ਹ ਰਿਹਾ ਹੁੰਦਾ ਨਾ, ਸਿੱਧਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹ ਜੁੜਿਆ ਹੁੰਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਾ ਹੈ, ਉਸ ਦੀ ਸਤੂਤੀ, ਉਸ ਦਾ ਜਸ ਗਾਇਨ ਕਰਦਾ ਹੈ। ਇਹ ਗੱਲ ਦੱਸ ਰਹੇ ਨੇ ਧੰਨ ਗੁਰੂ ਨਾਨਕ ਦੇਵ ਜੀ। ਬਾਬੁਲ ਦਿਤੜੀ ਦੂਰ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਸੱਚਖੰਡ ਦੇ ਵਿੱਚ ਵਾਸਾ ਦਿੱਤਾ ਹੈ, ਉਹਦੇ ਨਾਲ ਜੋੜਿਆ। ਨਾ ਆਵੇ ਘਰ ਪਈਏ, ਤੇ ਜਿਹੜਾ ਉਸ ਦੇ ਨਾਲ ਜੁੜ ਜਾਂਦਾ ਫਿਰ ਉਹਨੂੰ ਦੁਬਾਰੇ ਜੰਮਣ ਮਰਨ ਦੇ ਚੱਕਰ ਦੇ ਵਿੱਚ ਇਸ ਦੁਨੀਆ ਤੇ ਨਹੀਂ ਆਉਣਾ ਪੈਂਦਾ। ਬਲਰਾਮ ਜੀ ਉਹ ਹੀ ਮੇਰੇ ਵੈਗੁਰੂ, ਅਸੀਂ ਆਪ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਰਹਿਸੀ ਵੇਖ ਹਦੂਰ ਪੈਰਾਵੀ, ਘਰ ਸੋਹੀਐ ਬਲਰਾਮ ਜੀਓ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰਹਿਸੀ ਵੇਖ ਹਦੂਰ, ਜਦੋਂ ਉੱਥੇ ਦਰਸ਼ਨ ਹੁੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ, ਉਹਦੇ ਦਰਸ਼ਨ ਕਰਕੇ ਫਿਰ ਸਾਡੇ ਅੰਦਰ ਇੱਕ ਬੜੀ ਵੱਡੀ ਪ੍ਰਸ਼ੰਸਾ ਬਣ ਜਾਂਦੀ ਹੈ, ਬੜੀ ਖੁਸ਼ੀ ਆ ਜਾਂਦੀ ਹੈ। ਰਹਿਸੀ ਵੇਖ ਹਦੂਰ, ਜਦੋਂ ਉਸ ਨੂੰ ਹਾਜ਼ਰ ਨਾਜ਼ਰ ਵੇਖੀਦਾ ਹੈ ਨਾ, ਤੇ ਫਿਰ ਮਨ ਦੇ ਵਿੱਚ ਇੱਕ ਰਹੱਸ ਪੈਦਾ ਹੁੰਦਾ ਹੈ, ਇੱਕ ਆਨੰਦ ਖੁਸ਼ੀ ਪੈਦਾ ਹੁੰਦੀ ਹੈ। ਫਿਰ ਰਾਵੀ, ਉਸ ਪ੍ਰਭੂ ਪਰਮਾਤਮਾ ਨੂੰ ਫਿਰ ਪਾਣੀਦਾ ਹੈ। ਘਰ ਸੋਹੀਏ, ਉਹ ਸੱਚਖੰਡ ਸਾਡਾ ਘਰ ਹੈ ਤੇ ਉੱਥੇ ਅਸੀਂ ਸੋਹਣੇ ਲੱਗਦੇ। ਸੋਹੀਏ ਦਾ ਅਰਥ ਹੁੰਦਾ ਸੋਹਣੇ ਲੱਗਣਾ। ਘਰ ਸੋਹੀਏ, ਸੱਚਖੰਡ ਦੇ ਵਿੱਚ ਗੁਰਮੁਖ ਪਿਆਰੇ ਗੁਰਸਿੱਖ ਨੇ ਜਿਹੜੇ ਇਹ ਸੋਹਣੇ ਲੱਗਦੇ ਨੇ, ਸੋਭਨੀਕ ਹੁੰਦੇ ਨੇ। ਫਿਰ ਰਾਵੀ ਉੱਥੇ ਪ੍ਰਭੂ ਪਰਮਾਤਮਾ ਨੂੰ ਮਾਣਦੇ ਨੇ। ਰਹਿਸੀ ਵੇਖ ਹਦੂਰ, ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੜਾ ਆਨੰਦ ਵੱਜਦਾ ਹੈ ਜੀ। ਸਾਚੇ ਫਿਰ ਲੋੜੀ ਪ੍ਰੀਤਮ ਜੋੜੀ, ਮਾਤ ਪੂਰੀ ਪ੍ਰਧਾਨੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸੰਪੂਰਨ ਸ਼ਬਦ ਦਾ ਜਿਹੜਾ ਖੁਲਾਸਾ ਹੈ ਨਾ, ਉਹ ਇਹਨਾਂ ਆਖਰੀ ਤੁਕਾਂ ਦੇ ਵਿੱਚ ਸਾਨੂੰ ਦੱਸਦੇ ਨੇ। ਸਾਚੇ ਫਿਰ ਲੋੜੀ, ਫਿਰ ਪ੍ਰਭੂ ਪਰਮਾਤਮਾ ਹੈ, ਲੋੜੀ ਦਾ ਅਰਥ ਹੈ ਲੋੜ। ਸਾਚੇ ਫਿਰ ਲੋੜੀ, ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਪਿਆਰੇ ਨੇ, ਉਹਨਾਂ ਦੀ ਉਸ ਪ੍ਰਭੂ ਪਰਮਾਤਮਾ ਨੂੰ ਲੋੜ ਹੈ। ਪ੍ਰੀਤਮ ਜੋੜੀ, ਤੇ ਤਾਂ ਹੀ ਉਹ ਪ੍ਰੀਤਮ ਪਰਮਾਤਮਾ ਆਪਣੇ ਨਾਲ ਜੋੜਦਾ ਹੈ। ਹੁਣ ਲੋੜ ਕਿਵੇਂ ਹੈ? ਸੰਤ ਮਹਾਂਪੁਰਸ਼ ਆਉਂਦੇ ਨੇ, ਉਹ ਦੁਨੀਆ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਦੇ ਨੇ, ਧੰਨ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ ਨੇ। ਇਹ ਸੇਵਾ ਉਹਨਾਂ ਤੋਂ ਉਸ ਪ੍ਰਭੂ ਪਰਮਾਤਮਾ ਨੇ ਲੈਣੀ ਹੁੰਦੀ ਹੈ। ਇਹ ਉਹ ਪ੍ਰਭੂ ਪਰਮਾਤਮਾ ਦੀ ਲੋੜ ਹੈ। ਸੰਸਾਰ ਨੂੰ ਗਿਆਨ ਦੇਣਾ, ਸੋਝੀ ਦੇਣੀ, ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣਾ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਮਾਰੂ ਰਾਗ ਦੇ ਅੰਦਰ, ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਜਦੋਂ ਕੋਈ ਗੁਰਸਿੱਖ ਭੁੱਲ ਜਾਂਦਾ ਤੇ ਗੁਰੂ ਫਿਰ ਉਹਨੂੰ ਸਮਝਾਉਂਦਾ ਹੈ। ਜੇ ਕੋਈ ਉਜਾੜ ਵਾਲੇ ਪਾਸੇ ਤੁਰ ਪੈਂਦਾ ਤੇ ਗੁਰੂ ਮਹਾਰਾਜ ਜੀ ਫਿਰ ਉਹਨੂੰ ਸਿੱਧੇ ਰਸਤੇ ਤੇ ਪਾਉਂਦਾ ਹੈ। ਸਾਚੇ ਫਿਰ ਲੋੜੀ, ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਪਿਆਰੇ ਮਹਾਂਪੁਰਸ਼ ਨੇ, ਉਹਨਾਂ ਦੀ ਲੋੜ ਹੁੰਦੀ ਹੈ। ਪ੍ਰੀਤਮ ਜੋੜੀ, ਤੇ ਆਪਣੇ ਨਾਲ ਪ੍ਰੀਤਮ ਪਿਆਰਾ ਪਿਆਰ ਪਾ ਕੇ ਜੋੜ ਲੈਂਦਾ ਹੈ। ਮਤ ਪੂਰੀ ਪ੍ਰਧਾਨੇ, ਉਹਨਾਂ ਨੂੰ ਸਭ ਤੋਂ ਸ੍ਰੇਸ਼ਟ ਬੁੱਧੀ ਦੇ ਦਿੰਦਾ ਹੈ। ਸਭ ਤੋਂ ਵੱਡੀ ਮੱਤ ਜਿਹੜੀ ਉਹ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਪ੍ਰਧਾਨੇ, ਤੇ ਫਿਰ ਉਹ ਮੁਖੀ ਬਣਦੇ ਹਨ ਜੀ। ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਸੰਜੋਗੀ ਮੇਲਾ, ਚੰਗਾ ਸੰਜੋਗ ਹੋਵੇ ਤੇ ਆਮ ਮਨੁੱਖ ਦਾ ਉਹਨਾਂ ਦੇ ਨਾਲ ਮਿਲਣਾ ਹੋ ਜਾਂਦਾ ਹੈ।
ਚੰਗੇ ਕਰਮ ਹੋਣ, ਕੋਈ ਚੰਗਾ ਸੰਜੋਗ ਲਿਖਿਆ ਹੋਵੇ ਤੇ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਸਾਡਾ ਮੇਲਾ ਹੋ ਜਾਂਦਾ। ਥਾਨ ਸੁਹੇਲਾ, ਜਿੱਥੇ ਉਹ ਬਹਿ ਜਾਂਦੇ ਨੇ, ਜਿੱਥੇ ਖਲੋ ਜਾਂਦੇ ਨੇ, ਉਹ ਥਾਂ ਵੀ ਸੁਖ ਦੇਣ ਵਾਲਾ ਹੋ ਜਾਂਦਾ ਹੈ। ਗੁਣਵੰਤੀ ਗੁਰ ਗਿਆਨੀ, ਜਿਹੜੇ ਗੁਣਵਾਨ ਨੇ ਨਾ, ਉਹ ਗੁਰੂ ਦਾ ਗਿਆਨ ਉਹਨਾਂ ਤੋਂ ਫਿਰ ਪ੍ਰਾਪਤ ਕਰਦੇ ਨੇ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਾਂਗਾ, ਉਧਰ ਸਮਾਂ ਵੀ ਆਪਣੀ ਚਾਲ ਨਾਲ ਤੁਰਿਆ ਜਾਂਦਾ, ਪਰ ਗੱਲ ਨੂੰ ਵਿੱਚ ਵਿਚਾਲੇ ਨਹੀਂ ਛੱਡਾਂਗੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਚੇ ਪਿਰ ਲੋੜੀ ਉਸ ਪ੍ਰਭੂ ਪਰਮਾਤਮਾ ਨੂੰ ਨਾ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਤੋਂ ਸੇਵਾ ਲੈਣ ਦੀ ਲੋੜ ਹੁੰਦੀ ਹੈ ਵੀ ਤੇਰੇ ਤੋਂ ਆਹ ਸੇਵਾ ਲੈਣੀ ਹੈ। ਪ੍ਰੀਤਮ ਜੋੜੀ, ਆਪਣੇ ਪਿਆਰ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਮਤ ਪੂਰੀ, ਸਭ ਤੋਂ ਵੱਡੀ ਸ੍ਰੇਸ਼ਟ ਪੂਰੀ ਮਤ ਵਾਲੇ ਉਹ ਹੋ ਜਾਂਦੇ ਨੇ ਪ੍ਰਧਾਨੇ, ਤੇ ਉਹਨਾਂ ਨੂੰ ਫਿਰ ਮੁਖੀ ਬਣਾ ਦਿੰਦਾ ਹੈ। ਸੰਜੋਗੀ ਮੇਲਾ, ਜਿਹੜੇ ਆਪਣੇ ਵਰਗੇ ਆਮ ਨੇ, ਉਹਨਾਂ ਗੁਰਮੁਖਾਂ ਦੇ ਨਾਲ, ਮਹਾਂਪੁਰਸ਼ਾਂ ਦੇ ਨਾਲ, ਸੰਤਾਂ ਮਹਾਤਮਾ ਦੇ ਨਾਲ ਜਦੋਂ ਮੇਲ ਹੁੰਦਾ ਹੈ ਨਾ, ਤਾਂ ਹੀ ਹੁੰਦਾ। ਜੇ ਕੋਈ ਚੰਗਾ ਸੰਜੋਗ ਹੋਵੇ, ਨਹੀਂ ਤਾਂ ਅਸੀਂ ਨਿੰਦਾ ਹੀ ਕਰੀ ਜਾਂਦੇ ਹਾਂ, ਅਸੀਂ ਉਹਨਾਂ ਦੇ ਨਾਲ ਤਰੱਕੀ ਕਰੀ ਜਾਂਦੇ ਹਾਂ, ਉਹਨਾਂ ਦੇ ਵਚਨਾਂ ਦੇ ਉੱਤੇ ਅਮਲ ਹੀ ਨਹੀਂ ਕਰਦੇ। ਸੰਜੋਗੀ ਮੇਲਾ, ਚੰਗੇ ਭਾਗ, ਚੰਗਾ ਸੰਜੋਗ ਲਿਖਿਆ ਹੋਵੇ ਤੇ ਉਹਨਾਂ ਦੇ ਨਾਲ ਮਿਲਣਾ ਜੁਲਣਾ ਹੁੰਦਾ। ਥਾਨ ਸੁਹੇਲਾ, ਉਹ ਮਹਾਂਪੁਰਸ਼ ਜਿਹੜੇ ਥਾਂ ਤੇ ਰਹਿੰਦੇ ਨੇ, ਉਹ ਸੁਖ ਦੇਣ ਵਾਲਾ ਥਾਂ ਹੁੰਦਾ ਹੈ। ਗੁਣਵੰਤੀ ਗੁਰ ਗਿਆਨੀ, ਉਹ ਗੁਣਵਾਨ ਨੇ, ਤੇ ਜਿਹੜਾ ਗੁਰਮੁਖ ਪਿਆਰਾ ਗੁਣਵਾਨ ਹੈ, ਗੁਰ ਗਿਆਨੀ, ਉਹਨਾਂ ਤੋਂ ਗੁਰੂ ਦੇ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਹੁਣ ਇਹਨਾਂ ਦਾ ਜੀਵਨ ਕਿਵੇਂ ਦਾ ਹੁੰਦਾ ਹੈ? ਸਤ, ਇਹ ਸੱਚ ਸਰੂਪ ਹੁੰਦੇ ਨੇ, ਸੰਤੋਖ ਦੇ ਵਿੱਚ ਰਹਿੰਦੇ ਨੇ, ਕਿਸੇ ਪ੍ਰਕਾਰ ਦਾ ਲਾਲਚ ਨਹੀਂ ਹੁੰਦਾ। ਸਤ ਸਰੂਪ ਹੁੰਦੇ ਨੇ, ਸੱਚੇ ਸਤਿਗੁਰ ਦਾ ਸਰੂਪ ਹੋ ਗਏ ਹੁੰਦੇ ਨੇ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤੋਖ, ਤੇ ਹਰ ਤਰ੍ਹਾਂ ਕਰਕੇ ਸੰਤੋਖ ਹੁੰਦਾ, ਕਦੀ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੁੰਦਾ ਇਹਨਾਂ ਦੇ ਅੰਦਰ। ਸਦਾ ਸੱਚ, ਇਹ ਜੋ ਵੀ ਬੋਲਣਗੇ ਨਾ, ਸੱਚ ਹੀ ਬੋਲਣਗੇ। ਸੱਚ ਪੱਲੇ, ਇਹਨਾਂ ਦੇ ਪੱਲੇ ਸੱਚ ਪਿਆ ਹੁੰਦਾ, ਭਾਵੇਂ ਇਹਨਾਂ ਨੇ ਆਪਣੇ ਪੱਲੇ ਸੱਚ ਨੂੰ ਬੰਨਿਆ ਹੁੰਦਾ। ਸੱਚ ਬੋਲੇ, ਜਦੋਂ ਵੀ ਬੋਲਦੇ ਨੇ ਸੱਚ ਬੋਲਦੇ ਨੇ, ਫਿਰ ਭਾਵੇਂ ਤੇ ਵਾਹਿਗੁਰੂ ਨੂੰ ਪਾਉਂਦੇ ਨੇ। ਸੱਤ, ਇਹ ਸੱਤ ਸਰੂਪ ਹੁੰਦੇ ਨੇ। ਸੰਤੋਖ ਦੇ ਵਿੱਚ ਰਹਿਣ ਵਾਲੇ ਹੁੰਦੇ ਨੇ, ਸੰਤੋਖੀ ਹੁੰਦੇ ਨੇ। ਸਦਾ ਸੱਚ ਪੱਲੇ, ਇਹਨਾਂ ਦੇ ਪੱਲੇ ਸੱਚ ਹੁੰਦਾ ਹੈ, ਸੱਚ ਦੇ ਧਾਰਨੀ ਹੁੰਦੇ ਨੇ। ਸੱਚ ਬੋਲੇ, ਇਹਨਾਂ ਦੇ ਜਿਹੜੇ ਬੋਲ ਨੇ ਨਾ, ਉਹ ਸੱਚ ਹੁੰਦੇ ਨੇ, ਸੱਚ ਬੋਲਦੇ ਨੇ, ਤੇ ਇਹਨਾਂ ਦੇ ਬੋਲ ਨੇ ਜਿਹੜੇ ਉਹ ਸੱਚ ਹੁੰਦੇ ਨੇ। ਆ ਪਿੱਛੇ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਠਾਕਰ ਸਿੰਘ, ਸੰਤ ਮਹਾਂਪੁਰਸ਼ ਜਰਨੈਲ ਸਿੰਘ ਜੀ। ਇਹਨਾਂ ਦੇ ਜਿਹੜੇ ਬੋਲ ਨੇ ਨਾ, ਉਹ ਅੱਜ ਵੀ ਸੱਚ ਹੋ ਰਹੇ ਨੇ। ਜੋ ਇਹਨਾਂ ਨੇ ਵਚਨ ਕੀਤੇ ਨੇ, ਉਹ ਸੱਚ ਹੋ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੋਣਗੇ। ਸੱਚ ਬੋਲੇ, ਇਹਨਾਂ ਦੇ ਬੋਲ ਨੇ ਬੋਲੇ ਨੇ ਜਿਹੜੇ, ਇਹ ਸੱਚ ਹੁੰਦੇ ਨੇ। ਫਿਰ ਭਾਵੇ, ਕਿਉਂਕਿ ਉਸ ਪ੍ਰਭੂ ਪਰਮਾਤਮਾ ਨੂੰ ਇਹ ਚੰਗੇ ਲੱਗਦੇ ਹਨ ਜੀ। ਨਾਨਕ ਵਿਛੜਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹਨਾਂ ਤੋਂ ਅਸੀਂ ਵਿਛੜਨਾ ਨਾ ਕਰੀਏ। ਨਾਨਕ ਵਿਛੜਨਾ, ਹੇ ਮੇਰੇ ਮਾਲਕ ਸੱਚੇ ਸਤਿਗੁਰ, ਇਹਨਾਂ ਤੋਂ ਅਸੀਂ ਵਿਛੜਨਾ ਨਾ ਕਰੀਏ। ਇਹਨਾਂ ਦਾ ਸੰਜੋਗ, ਇਹਨਾਂ ਦੀ ਸੰਗਤ ਸਾਨੂੰ ਪ੍ਰਾਪਤ ਹੁੰਦੀ ਰਹੇ। ਦੁੱਖ ਪਾਏ, ਜੇ ਵਿਛੜਾਂਗੇ ਤੇ ਦੁੱਖ ਪਾਵਾਂਗੇ। ਗੁਰਮਤ ਅੰਕ ਸਮਾਏ, ਜਿਹੜੇ ਗੁਰੂ ਦੀ ਮੱਤ ਵਾਲੇ ਨੇ ਨਾ, ਉਹ ਸਦਾ ਇਹਨਾਂ ਦੇ ਅੰਕ ਵਿੱਚ, ਭਾਵ ਇਹਨਾਂ ਦੀ ਸੰਗਤ ਵਿੱਚ ਸਮਾਏ ਰਹਿੰਦੇ ਨੇ। ਦੂਸਰਾ ਅਰਥ ਇਹਦਾ ਇਹ ਹੈ, ਨਾਨਕ ਵਿਛੜ ਨਾ ਦੁੱਖ ਪਾਏ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦਾ ਪਾਵਨ ਪਵਿੱਤਰ ਨਾਮ ਹੈ ਵਾਹਿਗੁਰੂ, ਇਹਦੇ ਤੋਂ ਵਿਛੜ ਕੇ ਅਸੀਂ ਦੁੱਖ ਪਾਵਾਂਗੇ। ਗੁਰਮਤ, ਗੁਰੂ ਦੀ ਮੱਤ ਵਾਲੇ ਹੋ ਕੇ ਅੰਕ ਸਮਾਏ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਈਦਾ। ਧੰਨ ਗੁਰਬਾਣੀ ਦਾ ਫਰਮਾਨ ਹੈ ਕਿ ਵਿਸਰੇ ਦੁੱਖ ਬਹੁਤਾ ਲਾਗੇ। ਕੀ ਵਿਸਰ ਜਾਂਦੇ ਆ, ਜਿੰਦੇ ਨਾਲ ਸਾਨੂੰ ਜ਼ਿਆਦਾ ਦੁੱਖ ਲੱਗਦਾ ਹੈ। ਤੂੰ ਵਿਸਰ ਨਹੀਂ, ਹੇ ਮੇਰੇ ਮਾਲਕ, ਤੂੰ ਨਾ ਵਿਸਰ, ਤੇ ਵਿਸਰੇਗਾ ਤੇ ਦੁੱਖ ਲੱਗੇਗਾ। ਨਾਨਕ ਵਿਛੜ ਨਾ ਦੁੱਖ ਪਾਏ। ਹੇ ਗੁਰਮੁਖ ਪਿਆਰਿਓ, ਉਸ ਪ੍ਰਭੂ ਪਰਮਾਤਮਾ ਦੇ ਨਾਮ ਤੋਂ, ਨਾਮ ਜਪ ਕੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਫਲ ਕੀਤਾ, ਉਹਨਾਂ ਮਹਾਂਪੁਰਸ਼ਾਂ ਤੋਂ ਅਸੀਂ ਵਿਛੜਨਾ ਨਾ ਕਰੀਏ, ਨਹੀਂ ਤਾਂ ਦੁੱਖ ਪਾਵਾਂਗੇ। ਗੁਰਮਤ ਅੰਕ ਸਮਾਏ, ਤੇ ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ, ਉਹ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਸ਼ਬਦ ਸੰਪੂਰਨ ਹੋਇਆ। ਇਤਨੀ ਕੁ ਸੇਵਾ ਸੰਗਤ ਨੇ ਦਾਸਰਿਆਂ ਦੇ ਵੱਲੋਂ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ।